देश दुनिया च वसदे पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। मैं जी आया आखना। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਭਾਰਤ ਅਤੇ ਕੈਨੇਡਾ ਦੇ ਵਿੱਚ ਰਿਸ਼ਤਿਆਂ 'ਚ ਤਲਖੀ ਦੇ ਮੁੱਢ ਵੱਜਣ ਦੇ 36 ਘੰਟੇ ਪੂਰੇ ਹੋ ਗਏ ਔਰ ਇਹਨਾਂ 36 ਘੰਟਿਆਂ 'ਚ ਨਵਾਂ ਕੀ ਵਾਪਰਿਆ। ਭਾਰਤ ਵਾਲੇ ਪਾਸਿਓਂ ਜਿਹੜੇ ਬਹੁਤੇ ਪ੍ਰਤੀਕਰਮ ਨੇ ਉਹ ਕੈਨੇਡੀਅਨ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਚੱਕਿਆ ਗਿਆ ਕਦਮ ਉਧਰ ਸਿੱਧਤ ਨੇ। ਬਹੁਤ ਸਖਤ ਪ੍ਰਤੀਕਰਮ ਵੀ ਨੇ, ਲੇਕਿਨ ਕੁੱਲ ਮਿਲਾ ਕੇ ਇਹਨਾਂ ਰਿਸ਼ਤਿਆਂ ਦੇ ਵਿੱਚ ਤਲਖੀ ਕਿਸ ਕਦਰ ਵਧੀ ਹੋਈ ਆ ਔਰ ਅੱਜ ਕੀ ਹੁਣ ਤੱਕ ਨਵਾਂ ਇੱਥੇ ਜਾਣਿਆ। ਇਸ ਤੋਂ ਬਾਅਦ ਅਸੀਂ ਚੱਲਾਂਗੇ ਪਾਰਲੀਮੈਂਟ ਦੇ ਵਿੱਚ, ਜਿੱਥੇ ਅੱਜ ਕਾਫੀ ਕੁਝ ਨਵਾਂ ਹੋਣ ਵਾਲਾ, ਤੇ ਫਿਰ ਆਉਂਦੇ ਆ ਪੰਜਾਬ ਵਾਲੇ ਪਾਸੇ। ਪੰਜਾਬ ਸਰਕਾਰ ਨੂੰ ਵੀ ਕਈ ਚੁਣੌਤੀਆਂ ਨੇ, ਉਹਨਾਂ ਦੇ ਉੱਤੇ ਜਾਣਦੇ ਆ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਸਾਂਝ ਪਵਾਓ ਕਿ ਲਗਭਗ 36 ਘੰਟੇ ਤੋਂ ਵੱਧ ਦਾ ਸਮਾਂ ਬੀਤ ਗਿਆ। ਕੈਨੇਡਾ ਤੇ ਭਾਰਤ ਦੇ ਰਿਸ਼ਤੇ ਕਾਫੀ ਟੈਂਸ ਨੇ ਇਸ ਵੇਲੇ। ਬਹੁਤ ਸਾਰਾ ਪਾਣੀ ਪੁਲਾਂ ਥਾਣੀਓਂ ਵਹਿ ਗਿਆ। ਚੰਗੇ ਭਲੇ ਚੱਲਦੇ ਰਿਸ਼ਤਿਆਂ ਦੇ ਵਿੱਚ ਤਲਖੀ ਦਾ ਕਾਰਨ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰ ਰਿਹਾ। ਤੁਸੀਂ ਇਹਦੇ ਵਿੱਚ ਤਥਾਤਮਿਕ ਤੌਰ ਤੇ ਕੀ ਲੱਭਿਆ? ਰੰਧਾਵਾ ਜੀ, ਇੰਡੀਆ ਤੇ ਕੈਨੇਡਾ ਦੇ ਸੰਬੰਧਾਂ ਦੇ ਵਿੱਚ ਇੱਕ ਤਲਖੀ ਆਈ ਹੈ। ਜਸਟਿਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਦ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹਿੰਦੇ ਨੇ ਔਰ ਇੱਕ ਸ਼ੱਕ ਪ੍ਰਗਟ ਕਰਦੇ ਨੇ ਕਿ ਜਿਹਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ ਸੀਗਾ ਜੂਨ 18 ਨੂੰ, ਉਹਦੇ ਵਿੱਚ ਇੰਡੀਅਨ ਏਜੰਟਸ ਦਾ ਹੱਥ ਹੈ ਜਾਂ ਇੰਡੀਅਨ ਐਨਵਾਏ ਦਾ ਹੱਥ ਹੈ। ਜਸਟਿਨ ਟਰੂਡੋ ਦੇ ਐਕਸਪ੍ਰੈਸ਼ਨ ਦੇ ਉੱਤੇ ਭਾਰਤ ਦਾ ਇੱਕ ਰਿਐਕਸ਼ਨ ਬੜਾ ਸਖਤ ਸੀਗਾ। ਉਹਨਾਂ ਨੇ ਸਿਰੇ ਤੋਂ ਇਸ ਗੱਲ ਨੂੰ ਇਨਕਾਰਿਆ ਔਰ ਬਿਨਾਂ ਸਬੂਤਾਂ ਤੋਂ ਦਿੱਤੀ ਗਈ ਹੈ ਸਟੇਟਮੈਂਟ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਬਿਨਾਂ ਐਵੀਡੈਂਸ ਤੋਂ ਇਹ ਉਹ ਕਿਸ ਤਰ੍ਹਾਂ ਕਹਿ ਸਕਦੇ ਨੇ। ਔਰ ਕੈਨੇਡਾ ਦੇ ਉਹ ਸੈਕਸ਼ਨ ਜਿਹਦੇ ਵਿੱਚ ਸਾਡੇ ਸੀਨੀਅਰ ਡਿਪਲੋਮੈਟ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਭਾਰਤ ਨੇ ਵੀ ਫੋਰਨ ਮਿਨਿਸਟਰੀ ਨੇ ਹਾਈ ਕਮਿਸ਼ਨਰ ਕੈਨੇਡਾ ਦੇ ਨੂੰ ਬੁਲਾਇਆ ਔਰ ਇੱਕ ਸੀਨੀਅਰ ਡਿਪਲੋਮੈਟ ਨੂੰ 5 ਦਿਨਾਂ ਦੇ ਵਿੱਚ ਭਾਰਤ ਛੱਡਣ ਦੇ ਹੁਕਮ ਦੇ ਦਿੱਤੇ। ਇਸ ਤੋਂ ਬਾਅਦ ਆਈ ਤਲਖੀ ਦੇ ਵਿੱਚ ਵੱਖ-ਵੱਖ ਸਿਆਸੀ ਲੀਡਰਾਂ ਨੇ ਵੀ ਔਰ ਇੰਡੀਅਨ ਲੋਕਾਂ ਨੇ ਵੀ ਬਿਆਨ ਦਿੱਤੇ ਔਰ ਇਹਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਇਲੈਕਸ਼ਨ ਉਹ ਵਜ੍ਹਾ ਹੈਗੀ ਹੈ ਕਿ ਜਸਟਿਨ ਟਰੂਡੋ ਨੇ ਇੱਦਾਂ ਦੀ ਸਟੇਟਮੈਂਟ ਦਿੱਤੀ ਹੈ, ਉਹ ਵੀ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਦੇ ਉੱਤੇ। ਖਾਸ ਕਰਕੇ ਤੁਸੀਂ ਕੈਨੇਡੀਅਨ ਸਥਿਤੀ ਨੂੰ ਦੇਖੋ, ਕੈਨੇਡੀਅਨ ਪੋਲੀਟੀਕਲ ਸਿਚੁਏਸ਼ਨ ਨੂੰ ਦੇਖੋ ਤੇ ਦੋ ਵਾਰ 2019 ਦੇ ਵਿੱਚ ਔਰ 2021 ਦੇ ਵਿੱਚ ਜਸਟਿਨ ਟਰੂਡੋ ਪੂਰਨ ਬਹੁਮਤ ਨਹੀਂ ਲੈ ਪਾਏ ਸੀ ਔਰ ਉਹਨਾਂ ਨੂੰ ਨਿਊ ਡੈਮੋਕ੍ਰੇਟ ਪਾਰਟੀ ਦੇ ਸਪੋਰਟ ਦੇ ਨਾਲ ਹੀ ਸਰਕਾਰ ਬਣਾਉਣੀ ਪਈ। ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੇ ਅੰਡਰ ਪ੍ਰੈਸ਼ਰ ਇਦਾਂ ਦੀ ਕੋਈ ਸਟੇਟਮੈਂਟ ਦਿੱਤੀ ਹੈ ਜਿਹਦੇ ਕਰਕੇ ਉਹ 2000 ਜਿਹੜੇ ਅਗਲੇ ਇਲੈਕਸ਼ਨ ਆ ਰਹੇ ਨੇ ਉਹਦੇ ਵਿੱਚ ਪੂਰਨ ਬਹੁਮਤ ਲੈ ਪਾਉਣ। ਇਹ ਇੱਕ ਉਹਨਾਂ ਦੀ ਇੱਕ ਕੰਪਲਸ਼ਨ ਦੱਸੀ ਜਾ ਰਹੀ ਹੈ। ਹੁਣ ਇਹਦਾ ਉੱਤੇ ਕੌਮਾਂਤਰੀ ਪੱਧਰ ਦੇ ਉੱਤੇ ਖਾਸ ਕਰਕੇ ਆਸਟ੍ਰੇਲੀਆ, ਅਮਰੀਕਾ, ਯੂਕੇ ਉਹਨਾਂ ਦਾ ਵੀ ਰਿਐਕਸ਼ਨ ਆਇਆ। ਉਹਨਾਂ ਨੇ ਕੰਸਰਨ ਤੇ ਸ਼ੋ ਕੀਤੇ ਨੇ ਇਸ ਐਕਸਪ੍ਰੈਸ਼ਨ ਦੇ ਉੱਤੇ, ਇਸ ਸਟੇਟਮੈਂਟ ਦੇ ਉੱਤੇ ਜਸਟਿਨ ਟਰੂਡੋ ਦੀ। ਪਰ ਯੂਕੇ ਨੇ ਖਾਸ ਕਰਕੇ ਇਹ ਗੱਲ ਕਿਹਾ ਹੈ ਕਿ ਭਾਰਤ ਦੇ ਨਾਲ ਉਹਨਾਂ ਦੇ ਬਾਇਲੇਟਰਲ ਟ੍ਰੇਡ ਯਾਨੀ ਟ੍ਰੇਡ ਐਗਰੀਮੈਂਟਸ ਹੈ ਉਹਦੇ ਉੱਤੇ ਕੋਈ ਅਸਰ ਨਹੀਂ ਪਏਗਾ। ਪਰ ਜਿਹੜੇ ਸਾਡੇ ਪੂਰਵ ਮੁੱਖ ਮੰਤਰੀ ਹੈ ਉਹਨਾਂ ਨੇ ਸਪਸ਼ਟ ਤੌਰ ਤੇ ਇੱਕ ਸਟੇਟਮੈਂਟ ਦਿੱਤੀ ਜਿਹਦੇ ਵਿੱਚ ਇਹ ਗੱਲ ਕਹੀ ਕਿ ਪੋਲੀਟੀਕਲ ਪ੍ਰੈਸ਼ਰ ਜਾਂ ਜਸਟਿਨ ਟਰੂਡੋ ਕਿਸੇ ਟ੍ਰੈਪ ਵਿੱਚ ਫਸੇ ਹੋਏ ਲੱਗਦੇ ਨੇ। ਔਰ ਖਾਸ ਕਰਕੇ ਇਸ ਸਾਰੀ ਹਰਦੀਪ ਨਿੱਜਰ ਉਹਨਾਂ ਦੇ ਕਤਲ ਨੂੰ ਉਹਨਾਂ ਨੇ ਇੱਕ ਗੁਰਦੁਆਰੇ ਮੈਨੇਜਮੈਂਟ ਦੇ ਵਿੱਚ ਹੋਈ ਲੜਾਈ ਜਾਂ ਫਿਊਡ ਉਹਦਾ ਇੱਕ ਰਿਸਪੌਂਸਿਬਲ ਠਹਿਰਾਇਆ। ਔਰ ਇਹ ਸਵਾਲ ਵੀ ਪੁੱਛਿਆ ਜਸਟਿਨ ਟਰੂਡੋ ਨੂੰ ਕਿ ਭਾਰਤ ਦੇ ਲਗਾਏ ਗਏ ਆਰੋਪਾਂ, ਭਾਰਤ ਨੇ ਬਹੁਤ ਵਾਰ ਇਹ ਕੰਸਰਨ ਸ਼ੋ ਕੀਤਾ ਸੀਗਾ ਕੈਨੇਡੀਅਨ ਅਥਾਰਟੀਜ਼ ਨੂੰ ਕਿ ਉੱਥੇ ਖਾਲਿਸਤਾਨੀ ਸਮਰਥਕ ਐਕਟੀਵਿਟੀਜ਼ ਬਹੁਤ ਵਧੀਆਂ ਹੋਈਆਂ, ਕੀ ਤੁਸੀਂ ਉਹਦੇ ਉੱਤੇ ਕੋਈ ਐਕਸ਼ਨ ਲਿੱਤਾ? ਇਹ ਸਵਾਲ ਕੈਪਟਨ ਅਮਰਿੰਦਰ ਸਿੰਘ ਨੇ ਉਠਾਇਆ ਜ਼ਰੂਰ ਹੈ, ਪਰ ਨਾਲ ਦੇ ਨਾਲ ਜਸਟਿਨ ਟਰੂਡੋ ਨੂੰ ਇੱਕ ਪੋਲੀਟੀਕਲ ਟ੍ਰੈਪ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਇਹ ਪੋਲੀਟੀਕਲ ਟ੍ਰੈਪ ਹੈਗਾ ਜਿਹਦੇ ਕਰਕੇ ਉਹਨਾਂ ਨੂੰ ਇਹ ਸਟੇਟਮੈਂਟ ਦੇਣੀ ਪਈ। ਪੰਜਾਬ ਦੇ ਵਿੱਚੋਂ ਔਰ ਦੇਸ਼ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆਏ ਆ। ਵੈਸੇ ਇਹ ਮਹਿਜ ਇਤਫਾਕ ਹੀ ਹੈ ਜਾਂ ਕੁਝ ਹੋਰ ਕਿ ਦੋਵੇਂ ਦੇਸ਼ ਆਮ ਚੋਣਾਂ ਦੇ ਮੁਹਾਨ ਤੇ ਖੜੇ ਆ, ਦੋਵੇਂ ਦੇਸ਼ ਆਮ ਚੋਣਾਂ ਵਿੱਚ ਜਾ ਰਹੇ। ਏਡੇ ਸੈਂਸਿਟਿਵ ਮੁੱਦੇ ਦੇ ਉੱਤੇ ਜੇਕਰ ਸੱਚਮੁੱਚ ਪੋਲਿਟਿਕਸ ਹੋ ਰਹੀ ਆ, ਆਪਣੇ ਨਿੱਜੀ ਗੇਨ ਵਾਸਤੇ ਇਹ ਰਾਜਨੀਤੀ ਅੱਗੇ ਵਧਾਈ ਗਈ ਆ। ਇਹਦੇ 'ਚ ਦੋ ਅਹਿਮ ਇੰਦਰਪ੍ਰੀਤ ਜੀ ਪੱਖ ਸੀਗੇ। ਪਹਿਲਾ ਪੱਖ ਤਾਂ ਇਹ ਕਿ ਜਸਟਿਨ ਟਰੂਡੋ ਜਦੋਂ ਆਪਣੀ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਦੇ ਰਹੇ ਸੀਗੇ ਤੇ ਉਹਨਾਂ ਨੇ ਇਹ ਕਿਹਾ ਕਿ ਕ੍ਰੈਡੀਬਲ ਜਿਹੜੀ ਸੂਚਨਾ ਹੈ, ਕ੍ਰੈਡੀਬਲ ਸੂਚਨਾ ਦਾ ਮਤਲਬ ਜਿਹੜੀ ਉਸ ਤੋਂ ਬਾਅਦ ਉਹਨਾਂ ਦੀ ਵਿਦੇਸ਼ ਨਾਲ ਸੰਬੰਧਿਤ ਇੱਕ ਮਹਿਲ ਹੈ, ਉਹਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨੇ ਇਹ ਕਿਹਾ ਕਿ ਅਸੀਂ ਜਾਂਚ ਵਿੱਚ ਅੱਗੇ ਵਧ ਰਹੇ ਹਾਂ। ਹੁਣ ਬਿਨਾਂ ਜਾਂਚ ਪੂਰੀ ਕੀਤਿਆਂ ਤੁਸੀਂ ਇਸ ਤਰ੍ਹਾਂ ਦੇ ਸੈਂਸਿਟਿਵ ਇਸ਼ੂ ਨੂੰ ਪਬਲਿਕ ਡੋਮੇਨ 'ਚ ਕਿਵੇਂ ਲਿਆ ਸਕਦੇ ਹੋ, ਜਿੱਥੇ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤੇ, ਕੂਟਨੀਤਿਕ ਰਿਸ਼ਤੇ ਹੀ ਨਹੀਂ, ਵਪਾਰ ਹੀ ਨਹੀਂ,
ਮਨੁੱਖੀ ਭਾਵਨਾਵਾਂ ਵੀ ਜੁੜੀਆਂ ਹੋਈਆਂ। ਕਿੰਨੇ ਲੋਕ ਸੰਸਿਆਂ ਚ ਆ ਜਾਂਦੇ ਆ ਕਿ ਉਹਨਾਂ ਨੇ ਇਧਰੋਂ ਉਧਰ ਜਾਣਾ, ਉਧਰੋਂ ਇੱਧਰ ਆਉਣਾ, ਪਤਾ ਨਹੀਂ ਵੀਜ਼ੇ ਮਿਲਣਗੇ, ਸਖਤੀ ਤਾਂ ਨਹੀਂ ਹੋ ਜਾਊਗੀ। ਲੋਕਾਂ ਦੇ ਕੰਸਰਨ ਆਪਣੀ ਤਰ੍ਹਾਂ ਦੇ ਆ, ਉਹਨਾਂ ਨੇ ਕੀ ਲੈਣਾ ਕਿ ਦੋਨਾਂ ਦੇ ਵਿੱਚ ਵਪਾਰ ਕਿੱਦਾਂ ਦਾ ਹੋ ਰਿਹਾ, ਕੀ ਹੋ ਰਿਹਾ। ਸੋ ਇਹ ਇੰਦਰਪ੍ਰੀਤ ਜੀ ਸਭ ਤੋਂ ਵੱਡਾ ਜਿਹੜਾ ਹਿਊਮਨ ਕੰਸਰਨ ਹੈ ਇਹ ਹੈ ਕਿ ਤੁਸੀਂ ਕਰ ਕੀ ਰਹੇ ਹੋ ਬਈ, ਕੀ ਤੁਸੀਂ ਤੱਥ ਐਕਸਚੇਂਜ ਕੀਤੇ ਆ, ਕੀ ਉਹ ਭਾਰਤ ਨੇ ਮੰਨਿਆ। ਇਹ ਸਾਰੇ ਸਵਾਲ ਨੂੰ ਐਡਰੈਸ ਕੀਤੇ ਬਿਨਾ ਜੇਕਰ ਕੁਝ ਓਪਰਾ ਹੋ ਰਿਹਾ ਤਾਂ ਇਹ ਬਹੁਤ ਘਾਤਕ ਹੈ, ਇਹ ਨਹੀਂ ਸੀ ਹੋਣਾ ਚਾਹੀਦਾ। ਲੋਕ ਇਸ ਮਾਮਲੇ ਦੇ ਵਿੱਚ ਚਿੰਤਾ 'ਚ ਨੇ। ਇੰਦਰਪ੍ਰੀਤ ਜੀ ਕਾਫੀ ਰਿਐਕਸ਼ਨ ਆਏ ਨੇ, ਸਾਰੀਆਂ ਪਾਰਟੀਆਂ ਦੇ ਰਿਐਕਸ਼ਨ ਆਏ ਆ, ਔਰ ਮੈਨੂੰ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਇੱਕ ਸੁਰ ਹੋ ਕੇ ਇਕਜੁੱਟਤਾ ਪ੍ਰਗਟ ਕੀਤੀ ਹੈ। ਰੰਧਾਵਾ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਲਗਭਗ ਮੈਨੂੰ ਦੇਖਿਆ ਕਿ ਸਾਰਿਆਂ ਨੇ ਕੋਈ ਨਾ ਕੋਈ ਰਿਐਕਸ਼ਨ ਦਿੱਤਾ ਹੈ। ਬਹੁਤਿਆਂ ਨੇ ਥੋੜਾ ਜਿਹਾ ਵਿੱਚ ਬਚਾਓ ਵਾਲਾ ਰਸਤਾ ਜਿਹਾ ਅਪਣਾਇਆ, ਉਹ ਕੋਈ ਇੱਕ ਸਾਈਡ ਨਹੀਂ ਲਿੱਤੀ ਹੈ, ਨਾ ਮਤਲਬ ਕਿ ਸੈਂਟਰ ਗਵਰਨਮੈਂਟ ਦੀ ਲਿੱਤੀ ਹੈ, ਇੰਡੀਅਨ ਸੈਂਟਰ ਗਵਰਨਮੈਂਟ ਦੀ, ਨਾ ਹੀ ਉਧਰ ਦੀ ਲਿੱਤੀ। ਅਗਰ ਤੁਸੀਂ ਅਕਾਲੀ ਦਲ ਦੇ ਇੰਦਰਪ੍ਰੀਤ ਜੀ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਸਰਕਾਰਾਂ ਤੋਂ ਬਾਹਰ ਬੈਠੇ ਲੋਕਾਂ ਕੋਲ ਤੱਥ ਨਹੀਂ ਹੁੰਦੇ, ਉਹਨਾਂ ਨੂੰ ਕਈ ਵਾਰੀ ਇਹ ਗੇਮ ਵੀ ਲੱਗਦੀ ਹੈ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਇਸ ਕਰਕੇ ਜਿਹੜੇ ਸਿਆਣੇ ਬੰਦੇ ਆ ਉਹ ਇਹਦੇ ਵਿੱਚ ਸਿਰ ਨਹੀਂ ਫਸਾਉਂਦੇ, ਸਿੰਘ ਨਹੀਂ ਫਸਾਉਂਦੇ, ਹਮਾਤੜ ਨਿਆਣੇ ਕਿਸਮ ਦੇ ਜਾਂ ਬਹੁਤੇ ਕਾਲੇ ਸਟੇਟਮੈਂਟਾਂ ਦੇ ਕੇ ਫਸੇ ਹੋਏ ਨੇ ਵੱਖ-ਵੱਖ ਥਾਵਾਂ ਤੇ। ਔਰ ਇਸੇ ਕਰਕੇ ਜਿਹੜੇ ਘਾਗ ਪੋਲੀਟੀਕਲ ਲੋਕ ਆ, ਜਾਂ ਤਾਂ ਉਹ ਬੜੀ ਸਿੱਧੀ ਸਾਫ਼ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਸਟੇਟਮੈਂਟ ਦਿੱਤੀ ਕਿਉਂਕਿ ਉਹ ਸਾਰੀ ਰਜੀਮ 'ਚ ਸੀਗੇ, ਦੂਜੇ ਬੰਨੇ ਬਾਕੀ ਲੋਕ ਜਿਨ੍ਹਾਂ ਨੂੰ ਤੱਥ ਨਹੀਂ ਪਤਾ ਉਹ ਬਚ ਕੇ ਚੱਲ ਰਿਹਾ ਕਿ ਪਤਾ ਨਹੀਂ ਐਂਡ ਵਿੱਚੋਂ ਨਿਕਲਣਾ ਕੀ ਇਹ ਚੋਂ। ਜੀ ਬਿਲਕੁਲ ਇਹੀ ਮੈਂ ਕਹਿ ਰਿਹਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੇ ਤੁਸੀਂ ਚਾਹੇ ਸੁਖਬੀਰ ਸਿੰਘ ਬਾਦਲ ਦਾ ਬਿਆਨ ਦੇਖਿਆ ਹੋਵੇ, ਚਾਹੇ ਡਾਕਟਰ ਦਲਜੀਤ ਚੀਮਾ ਹੋਰਾਂ ਦਾ ਬਿਆਨ ਦੇਖਿਆ ਹੋਵੇ, ਬਿਲਕੁਲ ਬਹੁਤ ਸਪਸ਼ਟ ਜੀ ਸਥਿਤੀ ਉਹਨਾਂ ਨੇ ਪੁੱਛੀ ਹੈ ਵੀ ਇੱਕ ਤਾਂ ਸਾਡੀ ਛਵੀ ਖਰਾਬ ਹੋਈ ਹੈ ਭਾਰਤ ਦੀ ਜਦੋਂ ਇੱਕ ਕੰਟਰੀ ਦਾ ਪ੍ਰਧਾਨ ਮੰਤਰੀ ਸਾਡੇ ਤੇ ਇਸ ਕਿਸਮ ਦੇ ਐਲੀਗੇਸ਼ਨ ਲਗਾ ਰਿਹਾ। ਦੂਜਾ ਦਾ ਸਵਾਲ ਬੜਾ ਅੱਛਾ ਸੀ ਜਿਹੜਾ ਉਹਨਾਂ ਨੇ ਕੀਤਾ ਦਾਗਿਆ, ਉਹ ਇਹ ਕਿ ਇਸ ਟਾਈਮ ਭਾਰਤ ਦੀ ਪਾਰਲੀਮੈਂਟ ਵੀ ਚੱਲ ਰਹੀ ਹੈ ਤੇ ਭਾਰਤ ਦੇ ਉੱਤੇ ਅਗਰ ਕੋਈ ਇਸ ਕਿਸਮ ਦਾ ਆਰੋਪ ਲੱਗਿਆ ਹੈ ਤਾਂ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਪਾਰਲੀਮੈਂਟ ਦੇ ਅੰਦਰ ਹੀ, ਕਿਉਂਕਿ ਉੱਥੇ ਵੀ ਪਾਰਲੀਮੈਂਟ ਚੱਲ ਰਹੀ ਹੈ। ਸੋ ਇੱਕ ਤਾਂ ਇਹ ਉਹਨਾਂ ਨੂੰ ਇਹ ਦੇਖੋ ਪੰਜਾਬ ਲਈ ਇਹ ਬਹੁਤ, ਬਾਕੀ ਕੰਟਰੀ ਦਾ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਪੰਜਾਬ ਲਈ ਬਹੁਤ ਇੰਪੋਰਟੈਂਟ ਹੈ ਇਸ਼ੂ, ਕਿਉਂਕਿ ਪੰਜਾਬ ਦੇ ਬਹੁਤ ਦੇਖੋ ਜੇ 1 ਲੱਖ ਵਿਦਿਆਰਥੀ ਸਾਡਾ ਡੇਲੀ ਮਤਲਬ ਹਰ ਸਾਲ ਇੱਥੇ ਵਿਦੇਸ਼ਾਂ 'ਚ ਜਾਂਦਾ ਤਾਂ ਉਸ 'ਚ ਮੈਕਸੀਮਮ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਹੀ ਜਾਂਦੇ ਆ। ਹੁਣ ਜਦੋਂ ਉਹਨਾਂ ਦੇ ਰਿਸ਼ਤੇਦਾਰ ਇੱਥੇ ਨੇ, ਕੁਝ ਉੱਥੇ ਵਸ ਗਏ ਆ, ਤਾਂ ਤੁਸੀਂ ਦੇਖੋ ਆਉਣ ਜਾਣ ਲੱਗਿਆ ਰਹਿਣਾ ਹੈ। ਫਿਰ ਇਹਨਾਂ ਦੇ ਵਿੱਚ ਜਦੋਂ ਆਉਣ ਜਾਣ ਦੇ ਵਿੱਚ ਕਿੰਨੀ ਪਰੇਸ਼ਾਨੀ ਹੋਏਗੀ, ਚਾਹੇ ਅਸੀਂ ਇੱਧਰੋਂ ਉੱਧਰ ਜਾਈਏ ਚਾਹੇ ਉੱਧਰੋਂ ਇੱਧਰ ਆਈਏ, ਦੋਨੋਂ ਪਾਸੇ ਤੋਂ ਪਰੇਸ਼ਾਨ ਯਾਨੀ ਕਿ ਪੰਜਾਬੀਆਂ ਨੂੰ ਹੀ ਹੋਣਾ ਪੈਣਾ। ਇਸ ਕਰਕੇ ਸਾਡਾ ਤਾਂ ਕੰਸਰਨ ਹੈ ਇਹਦੇ ਨਾਲ, ਅਸੀਂ ਇਸ ਤੋਂ ਉਹ ਬਾਹਰ ਨਹੀਂ ਹੋ ਸਕਦੇ। ਦੂਜਾ ਬਿਜ਼ਨਸ ਵੀ ਹੈ, ਇਨਫੈਕਟ ਬਿਜ਼ਨਸ ਵੀ ਹੁੰਦਾ ਹੈ, ਸਾਡੇ ਹੀ ਬਿਜ਼ਨਸ ਉੱਥੇ ਨੇ, ਉਹਨਾਂ ਦੇ ਬਿਜ਼ਨਸ ਇੱਥੇ ਨੇ, ਜਾਂ ਸਾਡੇ ਜਿਹੜੇ ਸਟੂਡੈਂਟ ਇੱਥੋਂ ਜਾ ਰਹੇ ਨੇ ਉਹ ਇੱਕ ਤਰ੍ਹਾਂ ਦਾ ਉਹਨਾਂ ਲਈ ਬਿਜ਼ਨਸ ਹੈ। ਜਿਹੜੇ ਉੱਥੇ ਯੂਨੀਵਰਸਿਟੀਆਂ ਬਣ ਰਹੀਆਂ, ਸਕੂਲ ਬਣ ਰਹੇ ਨਵੇਂ, ਉਹ ਸਾਡੇ ਇਸ ਬਿਜ਼ਨਸ ਕਰਕੇ ਹੀ ਬਣ ਰਹੇ ਆ। ਤੇ ਉੱਥੋਂ ਜਿਹੜਾ ਪੈਸਾ ਸਾਨੂੰ ਆਉਂਦਾ, ਜਿਹੜੇ ਉਹ ਆਪਣੇ ਮਾਪਿਓ ਨੂੰ ਭੇਜਦੇ ਆ ਜਾਂ ਕੁਝ ਕਰਦੇ ਆ, ਸਾਡੇ ਲਈ ਵੀ ਉਹ ਬਹੁਤ ਇੰਪੋਰਟੈਂਟ ਹੈ। ਇਸ ਕਰਕੇ ਇਹ ਜਿਹੜਾ ਕੜਵਾਹਟ ਆਈ ਹੈ, ਦੇਖੋ ਪਹਿਲਾਂ ਪਾਕਿਸਤਾਨ ਨਾਲ ਆਲਰੇਡੀ ਸਾਡੀ ਕੜਵਾਹਟ ਚੱਲ ਰਹੀ ਹੈ, ਉਹ ਅਸੀਂ ਉਹਨਾਂ ਤੇ ਇਲਜ਼ਾਮ ਲਗਾ ਰਹੇ ਹਾਂ ਵੀ ਉਹ ਡਰੱਗਸ ਭੇਜ ਕੇ ਇੱਧਰ ਸਾਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਤੁਸੀਂ ਸੁਨੀਲ ਜਾਖੜ ਹੋਰਾਂ ਦਾ ਬਿਆਨ ਦੇਖਿਆ ਹੋਣਾ, ਉਹਨਾਂ ਨੇ ਕਿਹਾ ਕਿ ਹੁਣ ਕੈਨੇਡਾ ਜਿਹੜੇ ਅੱਤਵਾਦ ਦੇ ਮਤਲਬ ਸਮਰਥਕ ਨੇ ਜਾਂ ਖਾਲਿਸਤਾਨ ਦੇ ਜਿਹੜੇ ਸਮਰਥਕ ਨੇ, ਉਹਨਾਂ ਨੂੰ ਸ਼ਹਿ ਦੇ ਕੇ ਸਾਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇਹ ਦੋਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਵੀ ਸਖਤ ਕਦਮ ਜਿਹੜਾ ਚੱਕਿਆ ਭਾਰਤ ਨੇ, ਉਹ ਬਹੁਤ ਠੀਕ ਹੈ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ। ਪਰ ਬਾਕੀ ਪੋਲੀਟੀਕਲ ਪਾਰਟੀਆਂ ਦਾ ਕੁਝ ਨਹੀਂ ਆਇਆ, ਕੋਈ ਜ਼ਿਆਦਾ ਨਹੀਂ ਆਇਆ। ਮੈਂ ਕਾਂਗਰਸ ਦਾ ਵੀ ਇਹਦੇ ਵਿੱਚ ਕੋਈ ਬਹੁਤਾ ਰਿਐਕਸ਼ਨ ਨਹੀਂ ਦੇਖਿਆ। ਗਵਰਨਮੈਂਟ ਜਿਹੜੇ ਉਹਨਾਂ ਦੇ ਵੱਡੇ ਲੀਡਰ ਨੇ, ਸੈਂਟਰਲ ਲੀਡਰਸ਼ਿਪ ਆ, ਉਹਨਾਂ ਨੇ ਜ਼ਰੂਰ ਦਿੱਤੇ। ਸਟੇਟ ਦੀ ਲੀਡਰਸ਼ਿਪ ਦਾ ਕੋਈ ਏਡਾ ਬਿਆਨ ਨਹੀਂ ਆਇਆ। ਆਮ ਆਦਮੀ ਪਾਰਟੀ ਦਾ ਵੀ ਕੋਈ ਮੈਂ ਬਿਆਨ ਵਿੱਚ ਅਧਿਕਾਰਿਕ ਰੂਪ ਨਾਲ ਕੋਈ ਬਿਆਨ ਨਹੀਂ ਦੇਖਿਆ। ਮੇ ਬੀ ਇਹ ਸਾਰੇ ਇਸ ਕਰਕੇ, ਜਿਵੇਂ ਤੁਹਾਡੀ ਗੱਲ ਠੀਕ ਕਹੀ ਹੈ, ਕਿ ਕਿਉਂਕਿ ਤੱਥਾਂ ਦੀ ਜਾਣਕਾਰੀ ਨਹੀਂ ਹੁੰਦੀ। ਹੁਣ ਬਿਨਾਂ ਤੱਥ ਤੋਂ ਕੀ ਬਿਆਨ ਦਿੱਤਾ ਜਾ ਸਕਦਾ ਹੈ, ਤਾਂ ਕਈ ਵਾਰ ਚੁੱਪ ਰਹਿਣਾ ਵੀ ਇੱਕ ਸਿਆਸਤ ਦਾ ਹੀ ਹਿੱਸਾ ਹੁੰਦਾ ਹੈ। ਸੋ ਮੈਨੂੰ ਲੱਗਦਾ ਕਿ ਇਹ ਉਸੇ ਸਿਆਸਤ ਦਾ ਹਿੱਸਾ ਹੈ। ਮੈਂ ਬਾਕੀ ਜਿਹੜਾ ਤੁਸੀਂ ਦੇਖੋ ਕਿ ਜਿਹੜਾ ਸਾਡੇ ਡਿਪਲੋਮੈਟ ਹੈਗੇ ਆ ਜਿਹੜੇ ਉੱਥੇ ਲੱਗੇ ਹੋਏ ਸੀ, ਪੀ ਕੇ ਰਾਏ, ਮੈਂ ਪਹਿਲਾਂ ਤਾਂ ਸੋਚ ਰਿਹਾ ਸੀ ਕਿ ਮੈਂ ਉਹਨਾਂ ਦਾ ਨਾਮ ਨਾ ਲਵਾਂ, ਕਿਉਂ ਅਸੀਂ ਕਿਸੇ ਦਾ ਨਾਮ ਲੈਣਾ ਬਿਨਾਂ ਉਸ ਤੋਂ, ਇਹ ਬੜੀ ਸੁਰੱਖਿਆ ਦੇ ਮਾਮਲੇ ਹੁੰਦੇ ਆ। ਪਰ ਮੈਂ ਅੱਜ ਜਦੋਂ ਸਵੇਰੇ ਉੱਠ ਕੇ ਦੇਖਿਆ
ਸਾਰੀਆਂ ਹੀ ਅਖਬਾਰਾਂ ਨੇ ਤਕਰੀਬਨ ਸਾਰੇ ਟੀਵੀ ਚੈਨਲਾਂ ਨੇ ਵੀ ਉਹਨਾਂ ਦਾ ਨਾਮ ਚਲਾ ਰੱਖਿਆ ਸੀਗਾ। ਜਦਕਿ ਕੱਲ ਅਸੀਂ ਜਦੋਂ ਇਸ ਗੱਲ ਦੇ ਉੱਤੇ ਉਹਨਾਂ ਦੇ ਜਿਹੜੇ ਕੁਲੀਗਸ ਹੈਗੇ ਆ ਉਹਨਾਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਉਹ ਕਿਸ ਤਰ੍ਹਾਂ ਦਾ ਆਫੀਸਰ ਹੈ ਜਾਂ ਕੀ ਹੈ, ਤਾਂ ਉਹ ਕਹਿ ਰਹੇ ਸੀ ਯਾਰ ਵੀ ਤੁਸੀਂ ਕਿਉਂ ਉਹਦਾ ਨਾਮ ਛਾਪ ਰਹੇ ਹੋ, ਉਹਨਾਂ ਨੇ ਤਾਂ ਵੱਡੀ ਗਲਤੀ ਕੀਤੀ ਹੈ ਕੈਨੇਡਾ ਨੇ, ਤੇ ਤੁਸੀਂ ਕਿਉਂ ਉਹ ਗਲਤੀ ਦੁਹਰਾ ਰਹੇ ਹੋ। ਸੋ ਅਸੀਂ ਅਵੋਇਡ ਕੀਤਾ ਇਸ ਚੀਜ਼ ਨੂੰ। ਪਰ ਮੈਂ ਜਦੋਂ ਅੱਜ ਸਵੇਰੇ ਮੈਂ ਬੜਾ ਹੈਰਾਨ ਸੀ ਕਿ ਸਾਰੇ ਅਖਬਾਰਾਂ ਨੇ ਹੀ ਉਹਨਾਂ ਦਾ ਨਾਮ ਛਾਪਿਆ ਹੋਇਆ, ਔਰ ਕੱਲਾ ਨਾਮ ਨਹੀਂ ਛਾਪਿਆ, ਪੂਰੀ ਉਹਨਾਂ ਦੀ ਪ੍ਰੋਫਾਈਲ ਛਾਪੀ ਹੋਈ ਹੈ। ਦੇਖੋ ਮੈਂ ਜਿੱਥੇ ਤੱਕ ਪੀਕੇ ਰਾਏ ਨੂੰ ਜਾਣਦਾ ਉਹਨਾਂ, ਔਰ ਮੈਨੂੰ 25 ਸਾਲ ਹੋ ਗਏ ਉਸ ਬੰਦੇ ਨੂੰ ਮਿਲੇ ਨੂੰ, ਕਿਉਂਕਿ ਸਭ ਤੋਂ ਪਹਿਲੀ ਜਦੋਂ ਪੋਸਟਿੰਗ ਉਹਨਾਂ ਦੀ ਬਠਿੰਡੇ ਹੋਈ ਸੀਗੀ ਐਜ਼ ASP, ਤਾਂ ਮੈਂ ਵੀ ਉੱਥੇ ਹੀ ਸੀ, ਤੇ ਮੈਂ ਦੇਖਿਆ ਕਿ ਉਹ ਬਹੁਤ ਬ੍ਰਿਲੀਅੰਟ ਆਫੀਸਰ ਸੀ। ਔਰ 2 ਵਾਰੀ ਉਹਨਾਂ ਦਾ ਜਦੋਂ ਐਜੀਟੇਸ਼ਨਾਂ ਚੱਲਦੀਆਂ ਸੀ, ਚਾਹੇ ਕਿਸਾਨ ਅੰਦੋਲਨ ਉਸ ਟਾਈਮ ਚੱਲ ਰਿਹਾ ਸੀਗਾ ਤੇ ਚਾਹੇ ਬਿਜਲੀ ਵਾਲਿਆਂ ਦਾ TSU ਵਾਲਿਆਂ ਦਾ ਚੱਲ ਰਿਹਾ ਸੀ, ਉਹ ਅੱਗੇ ਫਰੰਟ ਤੇ ਆ ਕੇ ਹੀ ਮਤਲਬ ਉਹਨੂੰ ਡੀਲ ਕਰਦੇ ਸੀ। ਤੇ ਦੋਨੋਂ ਵਾਰੀ ਉਹਨਾਂ ਦੇ ਪੱਥਰ ਉਹਨਾਂ ਦੀ ਅੱਖ ਦੇ ਉੱਤੇ ਇੱਥੇ ਵੱਜੇ ਹੋਏ ਆ। ਇਹ ਸੰਯੋਗ ਹੀ ਕਹਿ ਸਕਦੇ ਆ, ਦੋਨੋਂ ਵਾਰ ਪੱਥਰ ਵੱਜਿਆ ਔਰ ਦੋਨੋਂ ਵਾਰੀ ਇੱਕੋ ਜਗ੍ਹਾ ਤੇ ਵੱਜਿਆ, ਤੇ ਦੋਨੋਂ ਵਾਰੀ ਉਹਨਾਂ ਦੇ ਟਾਂਕੇ ਲੱਗੇ। ਮੈਂ ਉਹਨਾਂ ਨੂੰ ਕਹਿੰਦਾ ਵੀ ਹੁੰਦਾ ਸੀ ਵੀ ਤੁਸੀਂ ਇੰਨਾ ਅੱਗੇ ਕਿਉਂ ਨਾ, ਉਹ ਕਹਿੰਦੇ ਵੀ ਯਾਰ ਜਿਹੜਾ ਲੀਡਰ ਹੁੰਦਾ ਉਸੇ ਨੂੰ ਹੀ ਅੱਗੇ ਰਹਿਣਾ ਪੈਂਦਾ, ਫਿਰ ਫੌਜ ਤਾਂ ਹੀ ਅੱਗੇ ਲੜੇਗੀ ਨਾ ਜਦੋਂ ਅਸੀਂ ਅੱਗੇ ਹੋ ਕੇ ਇਹਨੂੰ ਡੀਲ ਕਰਾਂਗੇ। ਸੋ ਇਹਨਾਂ ਦਾ ਮੈਂ ਉਹਨਾਂ ਨੂੰ ਉਹਦੇ ਬਾਰੇ ਜਾਣਦਾ। ਤਰਨਤਾਰਨ ਦੇ SSP ਰਹਿੰਦੇ ਹੋਏ ਵੀ ਜਦੋਂ ਉਹਨਾਂ ਨੇ ਇੱਕ ਅਕਾਲੀ MLA ਦੇ ਉਸ ਤੋਂ ਪਕੜੀ ਸੀ ਡਰੱਗਸ, ਬਹੁਤ ਇਸ਼ੂ ਉਦੋਂ ਉਛਲਿਆ ਸੀ ਇਹ, ਤੇ ਆਖਿਰ ਉਹਨਾਂ ਨੂੰ ਫਿਰ ਟ੍ਰਾਂਸਫਰ ਕਰਨਾ ਪਿਆ। ਉਹਨਾਂ ਨੇ ਉਹਦਾ ਅਕਾਲੀ MLA ਦਾ ਨਾਂ ਨਹੀਂ ਕੱਢਿਆ, ਔਰ ਪਹਿਲੀ ਵਾਰ ਸੀ ਜਦੋਂ ਸਿੰਥੈਟਿਕ ਡਰੱਗ ਉਹਨਾਂ ਨੇ ਨਸ਼ਰ ਕੀਤੀ ਸੀ ਕਿ ਕਿਸ ਤਰ੍ਹਾਂ ਸਿੰਥੈਟਿਕ ਡਰੱਗ ਜਿਹੜੀ ਹੈਗੀ ਹੈ ਉਹ ਪੰਜਾਬ 'ਚ ਆ ਰਹੀ ਹੈ ਤੇ ਯੂਥ ਨੂੰ ਖਰਾਬ ਕਰ ਰਹੀ ਹੈ। ਇਹ ਪੀਕੇ ਰਾਏ ਨੇ ਹੀ ਸ਼ੁਰੂ ਕੀਤਾ ਸੀ। ਉਹਨਾਂ ਦੀ ਇਸੇ ਤਰ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੀ ਮੈਨੂੰ ਲੱਗਦਾ ਕਿ ਸਾਮੰਤ ਗੋਇਲ ਹੋਣੀ ਜਿਹੜੇ ਹੈਗੇ ਆ, ਜਿਹੜੇ ਰॉ ਦੇ ਉਦੋਂ ਐਡੀਸ਼ਨਲ ਚੀਫ ਸੀਗੇ, ਉਦੋਂ ਉਹਨਾਂ ਨੂੰ ਲੈ ਗਏ ਸੀਗੇ, ਤੇ ਉਹ ਕਾਫੀ ਮੈਨੂੰ ਲੱਗਦਾ ਕਿ ਅੱਛੇ ਜਿੱਥੇ ਜਿੱਥੇ ਵੀ ਰਹੇ ਨੇ ਕੰਟਰੋਵਰਸੀ 'ਚ ਜ਼ਰੂਰ ਰਹੇ ਨੇ, ਕਿਉਂਕਿ ਉਹ ਮੰਨਦੇ ਨਹੀਂ ਆ ਪੋਲੀਟੀਸ਼ੀਅਨਾਂ ਦੀਆਂ ਜ਼ਿਆਦਾ ਗੱਲਾਂ, ਜਿਹੜੀ ਗੱਲ ਠੀਕ ਹੈ ਉਹੀ ਕਰਦੇ ਜੋ ਉਹਨਾਂ ਨੂੰ ਠੀਕ ਲੱਗਦੀ ਹੈ। ਸੋ ਇਸ ਕਰਕੇ ਕੰਟਰੋਵਰਸੀ 'ਚ ਜ਼ਰੂਰ ਰਹੇ ਹੈ। ਮੈਨੂੰ ਥੋੜਾ ਜਿਹਾ ਤਕਲੀਫ ਸੀਗੀ ਇਸ ਗੱਲ ਦੀ ਕਿ ਅੱਜ ਸਾਰੇ ਮੀਡੀਆ ਨੇ ਉਹਨਾਂ ਦਾ ਨਾਮ ਨਸ਼ਰ ਕਰਤਾ ਹੈ। ਹਜੇ ਤੱਕ ਹੋਈ ਗੱਲਾਂ ਦੇ ਵਿੱਚ 3 ਗੱਲਾਂ ਜ਼ਰੂਰ ਧਿਆਨ ਹੀ ਚਾਹੀਆਂ। ਇੱਕ, ਅੱਜ ਤੱਕ ਜਦ ਵੀ ਕਦੀ 2 ਦੇਸ਼ਾਂ ਦੇ ਵਿੱਚ ਕੋਈ ਤਲਖੀ ਹੋਈ, ਸਾਡੀ ਪਾਕਿਸਤਾਨ ਨਾਲ ਬਹੁਤ ਵਾਰ ਤਲਖੀ ਹੋ ਚੁੱਕੀ ਹੈ, ਕਈ ਵਾਰ ਅਸੀਂ ਉਹਨਾਂ ਦੇ ਡਿਪਲੋਮੈਟ ਕੱਢੇ ਆ ਔਰ ਉਹਨਾਂ ਨੇ ਵੀ ਸਾਡੇ ਡਿਪਲੋਮੈਟ ਕੱਢੇ ਨੇ, ਪਰ ਕਦੀ ਵੀ ਨਾਂ ਨਹੀਂ ਲਿੱਤਾ ਗਿਆ ਕਿਸੇ ਵੀ ਡਿਪਲੋਮੈਟ ਦਾ, ਉਹ ਵੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੋਏ ਤਾਂ ਜੀ। ਇੱਕ ਵਾਰ 1960 ਦੇ ਦਸ਼ਕ ਦੇ ਵਿੱਚ ਨਾਂ ਲਿੱਤਾ ਸੀ ਚਾਈਨਾ ਨੇ, ਪਰ ਉੱਥੇ ਵੀ ਭਾਰਤ ਨੇ ਇਸ ਗੱਲ ਦੇ ਉੱਤੇ ਪ੍ਰੋਟੈਸਟ ਕੀਤਾ ਸੀ ਵੀ ਤੁਸੀਂ ਨਾਂ ਨਾ ਲਓ, ਪਰ ਜਿਹੜੀ ਫੋਰਨ ਮਿਨਿਸਟਰ ਕੈਨੇਡਾ ਦੀ ਹੈਗੀ ਹੈ ਮੈਲੋਨੀ ਜੋਲੀ, ਉਹਨਾਂ ਨੇ ਬਕਾਇਦਾ ਉਸ ਸੀਨੀਅਰ ਡਿਪਲੋਮੈਟ ਦਾ ਔਰ ਉਹ ਰਾਹ ਦੇ ਇੱਕ ਹੈੱਡ ਹੈਗੇ ਨੇ, ਇਹ ਸਾਰੀ ਗੱਲਾਂ ਉਜਾਗਰ ਕਰਤੀ। ਮੈਨੂੰ ਲੱਗਦਾ ਹੈ ਇਹ ਇੱਕ ਇਰਰਿਸਪੌਂਸਿਬਲ ਸਟੇਟਮੈਂਟ ਹੈਗੀ ਹੈ ਕੈਨੇਡਾ ਦੀ ਤਰਫੋਂ, ਔਰ ਖਾਸ ਕਰਕੇ ਡਿਪਲੋਮੈਟਿਕ ਰਿਲੇਸ਼ਨਸ ਨੂੰ ਦੇਖਦੇ ਹੋਏ ਕਿਸੇ ਵੀ ਡਿਪਲੋਮੈਟ ਦਾ ਇਸ ਚਾਰजेस ਦੇ ਰਾਹੀਂ ਨਾਂ ਲੈਣਾ ਉਹ ਆਪਣੇ ਆਪ ਵਿੱਚ ਬੜੀ ਇੱਕ ਅਜੀਬ ਜੀ ਗੱਲ ਹੈਗੀ ਹੈ ਜੀ। ਜਿਹੜਾ G20 ਮੀਟਿੰਗ ਦੇ ਵਿੱਚ ਹੁਣ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਅਜੀਤ ਡੋਵਾਲ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹਨ, ਉਹਨਾਂ ਦੇ ਨਾਲ UK ਦੇ, ਅਮਰੀਕਾ ਦੇ ਔਰ ਆਸਟ੍ਰੇਲੀਆ ਦੇ ਕਾਊਂਟਰ ਪਾਰਟਸ ਨਾਲ ਇਹ ਗੱਲਾਂ ਹੋਈ ਸੀ, ਔਰ ਉਹਦੇ ਵਿੱਚ ਜਿਹੜੇ ਕੰਸਰਨ ਡੋਵਾਲ ਸਾਹਿਬ ਨੇ ਉਹ ਸ਼ੋਅ ਕੀਤੇ ਸੀਗੇ ਕਿ ਭਾਰਤ ਦੇ ਵਿਰੋਧੀ ਐਕਟੀਵਿਟੀਜ਼ ਜਿਸ ਤਰੀਕੇ ਨਾਲ ਕੈਨੇਡਾ, ਆਸਟ੍ਰੇਲੀਆ, UK ਦੇ ਵਿੱਚ ਚੱਲ ਰਹੀ ਹੈ, ਉਹਦੇ ਉੱਤੇ ਕੈਨੇਡਾ ਨੇ ਕੋਈ ਬਹੁਤਾ ਐਕਸ਼ਨ ਨਹੀਂ ਲਿੱਤਾ। ਔਰ ਇਹਦੇ ਵਿੱਚ ਸਾਰੀ ਤਕਰੀਬਨ I5 ਕੰਟਰੀਜ਼ ਹੈਗੀਆਂ ਜਿਨ੍ਹਾਂ ਦੇ ਨਾਲ ਇਹ ਗੱਲਬਾਤ ਹੋਈ ਸੀ ਇੰਟੈਲੀਜੈਂਸ ਦੇ ਤੌਰ ਤੇ, ਉਹਨਾਂ ਨੇ ਤੇ ਕੰਸਰਨ ਸ਼ੋਅ ਕੀਤਾ ਸੀ ਔਰ ਵਾਅਦਾ ਵੀ ਕੀਤਾ ਸੀ ਅਸੀਂ ਐਕਸ਼ਨ ਲਵਾਂਗੇ, ਲੇਕਿਨ ਕੈਨੇਡਾ ਉਹਦੇ ਵਿੱਚ ਸ਼ਬਦ ਯੂਜ਼ ਕੀਤਾ ਗਿਆ ਅਨਫੇਜ਼ਡ, ਯਾਨੀ ਉਹਨਾਂ ਨੇ ਆਪਣਾ ਕੋਈ ਰਿਐਕਸ਼ਨ ਨਹੀਂ ਦਿੱਤਾ ਸੀ ਉਸ ਗੱਲਬਾਤ ਦੇ ਵਿੱਚ। ਇਹ ਮੁੱਦਾ ਜ਼ਰੂਰ ਗਰਮਾਇਆ ਜਦ ਜਸਟਿਨ ਟਰੂਡੋ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਐਲੀਗੇਸ਼ਨ ਭਾਰਤ ਦੇ ਅਗੇਂਸਟ ਲਾਏ ਨੇ, ਪਰ ਇਸ ਤੋਂ ਪਹਿਲੇ ਵੀ G20 ਸਮਿਟ ਦੇ ਦੌਰਾਨ ਇਹ ਗੱਲਾਂ ਹੋਈ ਸੀ ਜੋ ਨਾ ਤੇ ਇੰਡੀਆ ਨੇ ਨਾ ਹੀ ਕੈਨੇਡਾ ਨੇ ਕਦੀ ਵੀ ਅਨਅਰਥ ਕੀਤੀ। ਕਈ ਵਾਰ ਕਈ ਕੰਡੀਸ਼ਨਸ ਵੀ ਹੁੰਦੇ ਨੇ ਇਸ ਤਰ੍ਹਾਂ ਦੇ ਵੱਡੇ ਸਮਿਟ ਨੂੰ ਲੈ ਕੇ, ਕਿਉਂਕਿ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਵੀ ਮੀਡੀਆ ਨਾਲ ਇੱਥੇ ਗੱਲਬਾਤ ਨਹੀਂ ਕੀਤੀ ਜਾ ਸਕੀ ਸੀ ਔਰ ਉਹਨਾਂ ਨੇ ਵੀਅਤਨਾਮ ਜਾ ਕੇ ਉਹ ਗੱਲਾਂ ਜਿਹੜੀ ਇੰਡੀਆ ਦੇ ਵਿੱਚ ਕਰਨੀ ਸੀ ਉਹ ਕੀਤੀ ਸੀਗੀ। ਇਹਨਾਂ ਸਾਰੀ ਗੱਲਾਂ ਦੇ ਵਿੱਚ ਗੱਲ ਆਉਂਦੀ ਹੈ ਪੋਲੀਟੀਕਲ ਸਿਚੁਏਸ਼ਨ, ਕਿਉਂਕਿ ਇਹ ਐਲੀਗੇਸ਼ਨ ਲਾਰਜਲੀ ਲੱਗ ਰਿਹਾ ਹੈ ਕਿ ਜਸਟਿਨ ਟਰੂਡੋ ਪੋਲੀਟੀਕਲ ਸਿਚੁਏਸ਼ਨ ਜਿਹੜੀ ਕੈਨੇਡਾ ਦੇ ਵਿੱਚ ਹੈ ਉਹਨੂੰ ਡੀਲ ਕਰਨ ਵਾਸਤੇ ਇਸ ਤਰ੍ਹਾਂ ਦੀ ਇੱਕ ਸਟੇਟਮੈਂਟ ਜਿਹੜੀ ਹਜੇ ਤੱਕ ਬਿਨਾਂ ਕਿਸੇ ਐਵੀਡੈਂਸ ਤੋਂ ਦਿੱਤੀ ਜਾ ਰਹੀ ਹੈ ਉਹ ਦੇ ਰਹੇ ਨੇ, ਕਿਉਂਕਿ ਉੱਥੇ ਦੀ ਪੋਲੀਟੀਕਲ ਸਿਚੁਏਸ਼ਨ ਨੂੰ ਜਰਾ ਤੁਸੀਂ ਧਿਆਨ ਨਾਲ ਦੇਖੋ। ਉੱਥੇ ਟੋਟਲ 338 ਸੀਟਾਂ ਹੈਗੀਆਂ, 2019 ਦੇ ਵਿੱਚ 157 ਸੀਟਾਂ ਹੀ ਜਿੱਤ ਪਾਈ ਸੀ ਜਸਟਿਨ ਟਰੂਡੋ ਉਹਨਾਂ ਦੀ ਪਾਰਟੀ,
ਔਰ 2021 ਦੇ ਵਿੱਚ 160 ਸੀਟਾਂ ਜਿੱਤ ਪਾਈ ਸੀ, ਔਰ ਜਦ ਕਿ ਜ਼ਰੂਰਤ ਬਹੁਮਤ ਵਾਸਤੇ 170 ਸੀਟਾਂ ਸੀ। ਇਹਦੇ ਵਿੱਚ ਉਹਨਾਂ ਦੀ ਮਦਦ ਕਿਹੜੀ ਪੋਲੀਟੀਕਲ ਪਾਰਟੀ ਕਰਦੀ ਹੈ? ਨਿਊ ਡੈਮੋਕ੍ਰੈਟਿਕ ਪਾਰਟੀ, ਜਿਹੜੀ 2019 ਦੇ ਵਿੱਚ 24 ਸੀਟਾਂ ਲੈ ਕੇ ਉਹ 2021 ਦੇ ਵਿੱਚ 25 ਸੀਟਾਂ ਲੈ ਕੇ ਜਿੱਤਦੀ ਹੈ। ਇਹਨਾਂ ਦੀ ਸਪੋਰਟ ਨਾਲ ਹੀ ਜਸਟਿਨ ਟਰੂਡੋ ਅੱਜ ਵੀ ਪ੍ਰਧਾਨ ਮੰਤਰੀ ਹੈਗੇ ਨੇ। ਔਰ ਟੋਟਲ 68 ਸੀਟਾਂ ਇਦਾਂ ਦੀ ਹੈਗੀ ਹੈ ਕੈਨੇਡਾ ਦੇ ਵਿੱਚ, ਜਿਹਨੂੰ ਆਪਾਂ ਕਹੀਏ ਕਿ ਸਾਡੀ ਸਿੱਖ ਪਾਪੂਲੇਸ਼ਨ ਹੈਗੀ ਹੈ, ਉਹ ਆਪਣੇ ਆਪ ਵਿੱਚ ਉਹਨਾਂ ਸੀਟਾਂ ਦੇ ਉੱਤੇ ਡੋਮੀਨੇਟ ਕਰਦੀ ਹੈ। ਇਦਾਂ ਦੇ ਹਾਲਾਤ ਦੇ ਵਿੱਚ ਜੇ ਕੈਪਟਨ ਅਮਰਿੰਦਰ ਕਹਿੰਦੇ ਨੇ ਕਿ ਹੀ ਇਜ਼ ਇਨ ਦਾ ਟ੍ਰੈਪ ਆਫ ਪੋਲੀਟੀਕਲ ਸਿਚੁਏਸ਼ਨ ਜਾਂ ਪੋਲੀਟੀਕਲ ਟ੍ਰੈਪ ਦੇ ਵਿੱਚ ਹੈਗੇ ਨੇ, ਤੇ ਕੋਈ ਗੱਲ ਇੱਕ ਢੁਕਵੀਂ ਗੱਲ ਵੀ ਲੱਗਦੀ ਹੈ। ਪਰ ਹਾਂ, ਹੁਣ ਇਦਾਂ ਦੀ ਹਾਲਾਤ ਦੇ ਵਿੱਚ ਇਸ ਤਰੀਕੇ ਦੀ ਸਟੇਟਮੈਂਟ, ਉਹ ਵੀ ਇੰਡੀਆ ਵਰਗੇ ਦੇਸ਼ ਨਾਲ ਜਿਹਦੇ ਨਾਲ ਸਾਡੇ ਕੈਨੇਡਾ ਦੇ ਨਾਲ ਰਿਸ਼ਤੇ ਮਾੜੇ ਨਹੀਂ ਹੈਗੇ, ਸਿਰਫ ਔਰ ਸਿਰਫ ਸਾਡੇ ਦੇਸ਼ ਨੇ ਜਾਂ ਸਾਡੀ ਫੋਰਨ ਮਿਨਿਸਟਰੀ ਨੇ ਕਈ ਵਾਰ ਕੰਸਰਨ ਸ਼ੋ ਕੀਤੇ ਨੇ ਖਾਲਿਸਤਾਨੀ ਐਕਟੀਵਿਟੀ ਨੂੰ। ਜੂਨ 18 ਨੂੰ ਹਰਦੀਪ ਨਿੱਜਰ ਉਹਨਾਂ ਦਾ ਕਤਲ ਹੁੰਦਾ ਹੈ, ਉਸ ਤੋਂ ਬਾਅਦ ਫਰੀडम ਮਾਰਚ ਵੀ ਕੱਢਿਆ ਜਾਂਦਾ ਹੈ, ਔਰ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਲਿਆਏ ਗਏ ਸਬੂਤਾਂ ਦੀ ਗੱਲ ਕਰਦੇ ਤੇ ਹੈਗੇ ਜਸਟਿਨ ਟਰੂਡੋ, ਲੇਕਿਨ ਉਹਨਾਂ ਸਬੂਤਾਂ ਨੂੰ ਪੇਸ਼ ਨਹੀਂ ਕਰਦੇ। ਇਹ ਸਾਰੀ ਗੱਲਾਂ ਮੈਨੂੰ ਇਹ ਲੱਗਦਾ ਹੈ ਕਿ ਕੌਮਾਂਤਰੀ ਪੱਧਰ ਤੇ ਵੀ ਅੱਗੇ ਚੱਲ ਕੇ ਬਹੁਤ ਅੱਗੇ ਤੱਕ ਜਾ ਸਕਦੀ ਹੈ, ਔਰ ਖਾਸ ਕਰਕੇ ਭਾਰਤ ਔਰ ਕੈਨੇਡਾ ਦੇ ਰਿਸ਼ਤੇ ਹਜੇ ਸੁਧਰਨ ਦੇ ਵਿੱਚ ਤੇ ਟਾਈਮ ਲੱਗੇਗਾ, ਪਰ ਹੋਰ ਵਿਗੜਨ ਦੇ ਆਸਾਰ ਜ਼ਿਆਦਾ ਹੈਗੇ। ਮੈਂ ਇੰਦਰਪ੍ਰੀਤ ਜੀ ਤੁਹਾਡੇ ਤੋਂ ਸਮਝਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਤਲਖ ਹੋਏ ਰਿਸ਼ਤਿਆਂ 'ਚ ਸੁਧਾਰ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ। ਅਗਲੇ ਕਈ ਸਾਲਾਂ ਤੱਕ ਪੰਜਾਬੀਆਂ ਨੂੰ, ਸਿੱਖਾਂ ਨੂੰ, ਭਾਰਤੀਆਂ ਨੂੰ ਕੈਨੇਡਾ ਆਪਸ ਵਿੱਚ ਆਉਣ ਜਾਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ। ਥੋੜ੍ਹੀ ਸ਼ੱਕ ਦੀ ਨਜ਼ਰ ਡੂੰਘੀ ਹੋ ਜਾਂਦੀ ਹੈ। ਸਿਕਿਉਰਿਟੀ ਚੈੱਕ ਤੋਂ ਅੱਗੇ ਜਦੋਂ ਤੁਸੀਂ ਇਮੀਗ੍ਰੇਸ਼ਨ ਕਾਊਂਟਰ ਤੋਂ ਗਾਹ ਨਿਕਲਦੇ ਹੋ, ਦੋਨੇ ਪਾਸਿਓਂ ਜਾਣ ਲੱਗਿਆਂ ਆਉਣ ਲੱਗਿਆਂ ਦੋਵੇਂ ਪਾਸਿਓਂ ਕੈਰੀ ਜੀ ਅੱਖ ਨਾਲ ਦੇਖਣ ਦਾ ਇੱਕ ਰਿਵਾਜ ਜਿਹਾ ਹੋ ਜਾਊਗਾ। ਇਹ ਕਾਫੀ ਮੁਸ਼ਕਲ ਪੈਦਾ ਕਰ ਸਕਦਾ, ਕਿਉਂਕਿ ਅਸੀਂ ਆਪਣੇ ਏਅਰਪੋਰਟਾਂ ਜਾਂ ਸੰਬੰਧਿਤ ਏਅਰਪੋਰਟ ਜਿੰਨੇ ਵੀ ਹੈਗੇ ਉਹਨਾਂ ਦੇ ਉੱਤੇ ਦੇਖਿਆ ਹੈ ਕਿ ਬੜੀ ਭੀੜ ਆ ਕੈਨੇਡਾ ਤੋਂ ਉਤਰਨ ਵਾਲਿਆਂ ਦੀ ਤੇ ਕੈਨੇਡਾ ਨੂੰ ਚੜ੍ਹਨ ਵਾਲਿਆਂ ਦੀ। ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਰ ਚੁੱਕਿਆ ਕਿ 1 ਲੱਖ ਤੋਂ ਜ਼ਿਆਦਾ ਸਟੂਡੈਂਟ ਸਾਡਾ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ ਜਾਂਦਾ ਹੈ। ਕੈਨੇਡਾ 'ਚ ਨਹੀਂ, ਸੌਰੀ, ਵੱਖ-ਵੱਖ ਦੇਸ਼ਾਂ 'ਚ ਜਾਂਦਾ ਹੈ। ਉਹਨਾਂ 'ਚ ਬਹੁਤਾਤ ਜਿਹੜੀ ਹੈ ਉਹ ਕੈਨੇਡਾ ਵਾਲਿਆਂ ਦੀ ਹੁੰਦੀ ਹੈ। ਇਕੱਲਾ ਸਟੂਡੈਂਟ ਦੇ ਤੌਰ ਤੇ ਨਹੀਂ, ਵਿਆਹ ਕਰਾ ਕੇ ਜਾਣ ਵਾਲਿਆਂ ਦੀ ਬਹੁਤ ਫੇਰਿਸਤ ਲੰਬੀ ਹੈ। ਹੋਰ ਕਈ ਤਰੀਕੇ ਨੇ, ਵਪਾਰ ਕਰਕੇ ਵੀ ਬਹੁਤ ਲੋਕ ਜਾਂਦੇ ਹੈਗੇ ਆ, ਟੂਰਿਸਟ ਬਹੁਤ ਜਾਂਦਾ, ਟੂਰਿਸਟ ਬਹੁਤ ਹੋਰ ਬਿਲਕੁਲ ਹੋਰ ਵੀ ਬਹੁਤ ਤਰੀਕੇ ਨੇ। ਅੱਜ ਕੁਝ ਤਰੀਕਿਆਂ ਦੀ ਗੱਲਾਂ ਵੀ ਛਪੀਆਂ ਅਖਬਾਰਾਂ ਦੇ ਵਿੱਚ ਕਿ ਬੈਂਡ ਗਰਲਸ ਦੇ ਨਾਂ ਤੇ ਇੱਕ ਬੜਾ ਮਸ਼ਹੂਰ ਹੋ ਗਿਆ ਇੱਕ ਇਦਾਂ ਦਾ ਫਿਨੋਮੇਨਾ ਨਵਾਂ ਆ ਗਿਆ। ਨਵਾਂ ਤਾਂ ਮੈਂ ਨਹੀਂ ਕਹੂੰਗਾ, ਪਹਿਲਾਂ ਦਾ ਹੀ ਹੈ। ਪਹਿਲਾਂ ਲੇਕਿਨ ਇਹ ਆਉਂਦਾ ਹੁੰਦਾ ਸੀ ਵੀ ਜਿਹੜੇ NRI ਜਿਹੜੇ ਦੂਲੇ ਹੈਗੇ ਆ ਉਹ ਇੱਥੇ ਵਿਆਹ ਕਰਕੇ ਲੇਡੀਜ਼ ਨੂੰ ਛੱਡ ਜਾਂਦੇ ਸੀ, ਪਰ ਹੁਣ ਉਲਟਾ ਹੋ ਗਿਆ। ਹੁਣ ਇੱਥੋਂ ਜਿਹੜੀਆਂ ਲੇਡੀਜ਼ ਜਾਂਦੀਆਂ ਨੇ ਵਿਆਹ ਕਰਾ ਕੇ, ਤੇ ਇਹ ਸ਼ਰਤ ਹੁੰਦੀ ਹੈ ਕਿ ਅਸੀਂ ਸਾਰਾ ਖਰਚਾ ਅਸੀਂ ਕਰਾਂਗੇ, ਤੇ ਉਸ ਤੋਂ ਬਾਅਦ ਉੱਥੇ ਜਾ ਕੇ ਉਹ ਮੁੰਡੇ ਨੂੰ ਬੁਲਾ ਲਿਆ ਜਾਏਗਾ, ਤੇ ਉਹ ਮੁੜ ਕੇ ਬੁਲਾਉਂਦੀਆਂ ਨਹੀਂ। ਅੱਜ ਲੰਬੀ ਇੱਕ ਫੇਰਿਸਤ ਛਪੀ ਹੈ ਕਿ ਹਰ NRI ਥਾਣੇ ਦੇ ਵਿੱਚ ਇਸ ਕਿਸਮ ਦੀਆਂ ਸ਼ਿਕਾਇਤਾਂ ਬਹੁਤ ਜ਼ਿਆਦਾ ਹੋ ਗਈਆਂ ਨੇ, ਜਿੱਥੇ ਲੇਡੀਜ਼ ਮਤਲਬ ਕੁੜੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਬੈਂਡ ਚੰਗੇ ਆਏ ਹੁੰਦੇ ਆ, ਉਹ ਉਹਨਾਂ ਨੂੰ ਭੇਜਣ ਦਾ, ਲੇਕਿਨ ਉਹਨਾਂ ਦੇ ਮਾਪਿਓ ਕੋਲੇ ਖਰਚਾ ਨਹੀਂ ਹੁੰਦਾ, ਤਾਂ ਉਹ ਕੋਈ ਮੁੰਡੇ ਵਾਲੇ ਇਸ ਤਰ੍ਹਾਂ ਦੀ ਉਹ ਕਰਦੇ ਆ, ਤੇ ਕਹਿੰਦੇ ਵਿਆਹ ਕਰਾਉਂਦੇ ਆ, ਤੇ ਕੁੜੀ ਉੱਧਰ ਚਲੀ ਜਾਂਦੀ ਹੈ ਤੇ ਮੁੜ ਕੇ ਮੁੰਡੇ ਨੂੰ ਨਹੀਂ ਬੁਲਾਉਂਦੀ। ਇਸ ਤਰ੍ਹਾਂ ਦੇ ਬਹੁਤ ਸ਼ਿਕਾਇਤਾਂ ਤੁਸੀਂ ਥੋੜੀ ਦੇਖ ਹੀ ਰਹੇ ਹੋ ਕਿ ਆ ਹੀ ਰਹੀਆਂ ਨੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਰਿਸ਼ਤਿਆਂ 'ਚ ਖਟਾਸ ਤਾਂ ਆ ਹੀ ਚੁੱਕੀ ਹੈ। ਮੇਰਾ ਖਿਆਲ ਹੈ ਕਿ ਜਿਹੜਾ G20 ਹੋਇਆ ਉਹਦੇ ਵਿੱਚ ਭਾਰਤ ਤੇ ਕੈਨੇਡਾ ਦੇ ਵਿੱਚ ਕੋਈ ਬਹੁਤੀ ਅੱਛੀ ਗੱਲਬਾਤ ਨਹੀਂ ਹੋਈ ਹੈ, ਜਿਹੜੀ ਜਿਸ ਤਰ੍ਹਾਂ ਕਿ ਬਾਕੀ ਦੇ ਕੰਟਰੀਜ਼ ਨਾਲ ਹੋਈ ਹੈ। ਸੋ ਕੜਵਾਹਟ ਤਾਂ ਆ ਚੁੱਕੀ ਹੈ। ਇਹ ਵੀ ਗੱਲ ਠੀਕ ਹੈ ਕਿ ਸਾਡੇ ਹਜੇ ਤੱਕ ਉਸ ਤਰ੍ਹਾਂ ਦੀ ਕੜਵਾਹਟ ਨਹੀਂ ਹੈ ਇਹ, ਜਿਸ ਤਰ੍ਹਾਂ ਦੀ ਸਾਡੀ ਪਾਕਿਸਤਾਨ ਜਾਂ ਕਿਸੇ ਹੋਰ ਕੰਟਰੀ ਨਾਲ ਹੋਗੀ, ਲੇਕਿਨ ਹਜੇ ਪਰ ਅਸੀਂ ਉਸ ਦਿਸ਼ਾ ਵੱਲ ਨੂੰ ਵਧਣਾ ਜ਼ਰੂਰ ਸ਼ੁਰੂ ਕਰਤਾ ਹੈ। ਤਾਂ ਮੈਨੂੰ ਲੱਗਦਾ ਕਿ ਇਹਨੂੰ ਦੋਨੋਂ ਕੰਟਰੀਜ਼ ਨੂੰ ਹੀ ਇਹ ਤੇ ਕੋਈ ਸਿਆਣਪ ਦਿਖਾ ਕੇ ਇਹਨੂੰ ਠੱਲ ਪਾਣੀ ਚਾਹੀਦੀ ਹੈ ਹਜੇ ਤੱਕ। ਕਿਉਂਕਿ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਰੰਧਾਵਾ ਸਾਹਿਬ, ਉਹ ਸੀ ਕਿ ਦੋਨੋਂ ਮੁਲਕ ਜਿਹੜੇ ਹੈਗੇ ਨੇ ਉਹ ਇਸ ਟਾਈਮ ਇਲੈਕਸ਼ਨ ਮੋਡ ਦੇ ਵਿੱਚ ਨੇ ਇਸ ਟਾਈਮ, ਦੋਨੋਂ ਕੈਨੇਡਾ ਵੀ ਔਰ ਭਾਰਤ ਵੀ। ਤੇ ਜਿੱਥੇ ਤੁਸੀਂ ਇਹ ਗੱਲ ਕੀਤੀ, ਜਿਵੇਂ ਭਾਸਕਰ ਸਾਹਿਬ ਨੇ ਵੀ ਗੱਲ ਕੀਤੀ ਹੈ ਵੀ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਹੈ ਉਹ ਜਿਹੜੀ ਖਾਲਿਸਤਾਨ ਸਮਰਥਕ ਪਾਰਟੀ ਮੰਨੀ ਜਾਂਦੀ ਹੈ, ਤਾਂ ਉਹਨਾਂ ਦੇ ਬੰਦੇ ਵੀ ਜ਼ਿਆਦਾ ਹੋਈ ਹੈ ਤੇ ਉਹਨਾਂ ਦਾ ਸਾਥ ਰੱਖਣਾ ਹੀ ਹੈ ਉਹਨਾਂ ਨੇ। ਤਾਂ ਜੇ ਟਰੂਡੋ ਸਾਹਿਬ ਨੇ ਆਪਣੀ ਸਰਕਾਰ ਚਲਾਣੀ ਹੈ ਤਾਂ ਇਹ ਇੰਪੋਰਟੈਂਟ ਹੁੰਦਾ ਹੈ ਕਿ ਫਿਰ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨਣੀਆਂ ਹੀ ਪੈਂਦੀਆਂ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਟ੍ਰੈਪ 'ਚ ਫਸ ਗਏ,
ਸੇਮ ਹੀ ਅਗਰ ਤੁਸੀਂ ਇੱਥੇ ਦੇਖੋ, ਇੱਥੇ ਵੀ ਇਸੇ ਤਰ੍ਹਾਂ ਦਾ ਹੀ ਹੁੰਦਾ। ਜਦੋਂ ਹੁਣ ਇਹੀ ਕਿਹਾ ਜਾਊਗਾ ਕਿ ਜਦੋਂ ਅਸੀਂ ਇਲੈਕਸ਼ਨ ਤੇ ਜਾ ਰਹੇ ਹਾਂ ਤਾਂ ਅਸੀਂ ਵੀ ਇਹੀ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਦੇਖੋ ਭਾਰਤ ਨੇ ਕਿੰਨਾ ਸਖਤ ਰਵੱਈਆ ਅਪਣਾਇਆ ਤੇ ਡਿਪਲੋਮੈਟ ਕੱਢ ਕੇ ਬਾਹਰ ਮਾਰਿਆ, ਅਸੀਂ ਇਹ ਕੋਤਾਹੀ ਬਰਦਾਸ਼ਤ ਨਹੀਂ ਕਰਾਂਗੇ। ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾਇਆ ਜਾਂਦਾ ਤੇ ਉਸ ਮਾਹੌਲ ਨਾਲ ਚਾਹੇ ਪੰਜਾਬ ਦੇ ਵਿੱਚ ਸੀਟਾਂ ਮਿਲਣ ਨਾ ਮਿਲਣ, ਲੇਕਿਨ ਬਾਕੀ ਰੈਸਟ ਆਫ ਦਾ ਜਿਹੜਾ ਕੰਟਰੀ ਹੁੰਦਾ ਹੈ ਉਹਦੇ ਤੇ ਜ਼ਰੂਰ ਅਸਰ ਹੁੰਦਾ ਤੇ ਉਹਦਾ ਉਹ ਵੋਟ 'ਚ ਵੀ ਕਨਵਰਟ ਹੋ ਜਾਂਦਾ। ਬਿਲਕੁਲ, ਇਹ ਜਿਹੜੀ ਰਿਪੋਰਟ ਦਾ ਜ਼ਿਕਰ ਕਰ ਰਹੇ ਸੀ ਇੰਦਰਪ੍ਰੀਤ ਜੀ, ਬੈਂਡ ਗਰਲਸ, ਉਹ ਚਰਨਜੀਤ ਸਿੰਘ ਭੁੱਲਰ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਹਾਫੀ ਨੇ, ਉਹਨਾਂ ਦੀ ਰਿਪੋਰਟ ਸੀਗੀ। ਅਸੀਂ ਜਿਹਦਾ ਜ਼ਿਕਰ ਕਰ ਰਹੇ ਸੀ, ਇਹ ਗੱਲ ਠੀਕ ਹੈ, ਪਰ ਜਦੋਂ ਸਿਆਲ ਚੜ੍ਹਨਾ ਸ਼ੁਰੂ ਹੁੰਦਾ, ਬਹੁਤ ਸਾਰੇ ਸਾਡੇ ਪੰਜਾਬੀ ਉਹਨਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਾ ਲਈਆਂ ਹੁੰਦੀਆਂ ਨੇ। ਸਿਆਲ ਚੜ੍ਹਦਿਆਂ ਵਿਆਹ ਬੜੇ ਹੁੰਦੇ ਆ। ਇਹਨਾਂ ਸਿਆਲਾਂ ਦੇ ਵਿੱਚ ਜਦੋਂ ਉੱਥੇ ਬਹੁਤ ਹੱਡ ਚੀਰਵੀਂ ਠੰਡ ਪੈਂਦੀ ਆ, ਤਾਂ ਉਹ ਇੱਧਰ ਆਪਣੇ ਪੁਰਾਣੇ ਬਿਸਤਰਿਆਂ ਦਾ, ਚੁੱਲ੍ਹਿਆਂ ਦਾ, ਰਜਾਈਆਂ ਦਾ ਨਿੱਘ ਮਾਣਨ ਆ ਜਾਂਦੇ ਆ ਤੇ ਗੁੜ ਕਢਵਾਉਂਦੇ ਨੇ ਆਪਣੇ ਤਰ੍ਹਾਂ ਦੇ, ਤੇ ਸਾਰੀਆਂ ਰਿਸ਼ਤੇਦਾਰੀਆਂ ਨੂੰ ਮਿਲਦੇ ਨੇ, ਤੀਰਥ ਸਥਾਨਾਂ ਤੇ ਜਾਂਦੇ ਨੇ। ਫਿਰ ਉਹ 2-3 ਮਹੀਨੇ ਛੁੱਟੀਆਂ ਦਾ ਆਨੰਦ ਮਾਣਦੇ ਨੇ, ਖਾਸ ਤੌਰ ਤੇ ਬਜ਼ੁਰਗ, ਕਿਉਂਕਿ ਹੁਣ ਬਾਕੀ ਤਾਂ ਫਸੇ ਨੇ। ਜਿਨ੍ਹਾਂ ਨੇ ਘਰ ਲੈ ਲਏ, ਜਿਨ੍ਹਾਂ ਨੇ ਕਾਰਾਂ ਲੈ ਲਈਆਂ, ਉਹਨਾਂ ਦੀਆਂ ਕਿਸ਼ਤਾਂ ਤਾਂ ਚੱਲਣੀਆਂ, ਇਸ ਕਰਕੇ ਉਹ ਨੌਕਰੀਆਂ ਤੋਂ ਮਹੀਨਾ ਕੁ ਛੁੱਟੀ ਤਾਂ ਲੈ ਲੈਂਦੇ ਨੇ ਇਹਨਾਂ ਦਿਨਾਂ 'ਚ। ਪਰ ਆਮ ਦਿਨਾਂ ਦੇ ਵਿੱਚ ਜਿਹੜੇ ਕਾਫੀ ਲੋਕ ਜਿਹੜੇ ਨੌਕਰੀਆਂ ਤੋਂ ਫ੍ਰੀ ਹੋ ਚੁੱਕੇ ਨੇ, ਉਹ ਪੰਜਾਬ 'ਚ ਹੀ ਗੇੜਾ ਮਾਰਦੇ। ਉਹਨਾਂ ਦੇ ਸਾਹ ਸੁੱਕੇ ਪਏ ਹੋਣਗੇ ਕਿ ਹਾਏ ਕੋਈ ਮੁਸ਼ਕਿਲ ਤਾਂ ਨਹੀਂ ਆ ਜਾਊਗੀ, ਕਿਤੇ ਉੱਧਰ ਤੇ ਉੱਧਰ ਨਾ ਫਸ ਜਾਈਏ। ਐਸਾ ਕੁਝ ਨਹੀਂ ਹੁੰਦਾ, ਇਹ ਫਾਰ ਦਾ ਟਾਈਮ ਬੀਇੰਗ ਦੀਆਂ ਤਲਖੀਆਂ ਹੁੰਦੀਆਂ। ਭਾਸਕਰ ਸਾਹਿਬ, ਆਖਰੀ ਟਿੱਪਣੀ ਦਿਓ, ਫਿਰ ਨਾਲ ਹੀ ਜਿਹੜੀ ਪਾਰਲੀਮੈਂਟ ਦੇ ਵਿੱਚ ਅੱਜ ਹਲਚਲ ਹੋਣ ਵਾਲੀ ਉਹਦੇ ਨਾਲ ਸਾਂਝ ਪਵਾ ਦਿਓ। ਔਰਤਾਂ ਤਾਂ ਗਦਗਦ ਹੋਣਗੀਆਂ, ਕੱਲ ਦੀਆਂ ਬਿੱਲ ਪੇਸ਼ ਹੋ ਗਿਆ, ਚਲੋ ਭਾਵੇਂ 26 'ਚ ਜਾ ਕੇ ਗੱਲ ਬਣੂ ਤੇ ਸਹੀ ਨਾ। ਹੁਣ ਤੁਹਾਡੀ ਧੌਂਸ ਨਹੀਂ ਚੱਲਣ ਦੇਣੀ। ਵੈਸੇ ਸਾਡੇ ਇੱਕ ਪੁਰਾਣੇ ਮਿੱਤਰ ਨੇ ਨਿਧੜਕ ਸਿੰਘ ਬਰਾੜ, ਅਕਾਲੀ ਪੋਲੀਟਿਕਸ ਵਿੱਚ ਰਹੇ, ਅੱਜ ਕੱਲ ਭਾਜਪਾ 'ਚ ਨੇ, ਸੂਚਨਾ ਕਮਿਸ਼ਨਰ ਰਹੇ। ਉਹ ਕੱਲ ਚੁਟਕੀ ਲੈ ਰਹੇ ਸੀ ਮੇਰੇ ਨਾਲ, ਪਿੱਛੇ ਕੁਝ ਢਿੱਲੇ ਹੋ ਗਏ ਸੀ। ਉਹ ਕੱਲ ਮੇਰੇ ਨਾਲ ਚੁਟਕੀ ਲੈਂਦਿਆਂ ਕਹਿ ਰਹੇ ਸੀ, ਕਹਿੰਦੇ ਯਾਰ ਇਹ ਤਾਂ ਵੈਸੇ ਹੁਣ ਜ਼ਿਆਦਤੀ ਹੈ ਵੀ ਔਰਤਾਂ ਜਦੋਂ ਆਪਣੀ ਕਾਬਲੀਅਤ ਨਾਲ ਤਗੜੇ ਬੰਦਿਆਂ ਨੂੰ ਹਰਾ ਕੇ ਪਾਰਲੀਮੈਂਟ ਤੇ ਵਿਧਾਨ ਸਭਾਵਾਂ 'ਚ ਪਹੁੰਚੀਆਂ ਨੇ। ਉਹ ਜ਼ਿਕਰ ਕਰ ਰਹੇ ਸੀ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਨੂੰ ਹਰਾਉਣ ਵਾਲੀ ਜੀਵਨ ਜੋਤ ਦਾ ਵੀ, ਔਰ ਉਹ ਬਹੁਤ ਸਾਰੀਆਂ ਮੈਂਬਰ ਪਾਰਲੀਮੈਂਟਾਂ ਦਾ ਜਿਹੜੀਆਂ ਬੰਦਿਆਂ ਨੂੰ ਬੋਲਣ ਨਹੀਂ ਦਿੰਦੀਆਂ ਤੱਥਾਂ ਨਾਲ। ਉਹ ਕਹਿੰਦੇ ਜਦੋਂ ਬੀਬੀਆਂ ਕਾਬਲ ਨੇ, ਉਹਨਾਂ ਨੂੰ ਤੁਸੀਂ ਵਿਚਾਰੀਆਂ ਕਹਿ ਕੇ ਰਾਖਵਾਂ ਕਰਨ ਕਿਉਂ ਦੇ ਰਹੇ ਹੋ? ਖੁੱਲ ਕੇ ਉਹਨਾਂ ਨੂੰ ਕੰਮ ਕਰਨ ਦਿਓ। ਤੁਸੀਂ ਮਹਿਦੂਦ ਕਿਉਂ ਕਰਦੇ ਹੋ 33% ਤੱਕ? ਹਾਲਾਂਕਿ ਉਹਨਾਂ ਤੇ ਕੋਈ ਸ਼ਰਤ ਨਹੀਂ ਹੋਊਗੀ ਕਿ ਉਹ ਬਾਕੀਆਂ ਤੇ ਨਹੀਂ ਲੜ ਸਕਦੀਆਂ, ਪਰ ਤੁਸੀਂ 33% ਰਾਖਵਾਂ ਕਰਨ ਕਰਕੇ ਬੰਦਿਆਂ ਦਾ ਹੱਕ ਵੀ ਤਾਂ ਮਾਰ ਰਹੇ ਹੋ ਨਾ। ਇਹਦੀ ਲੜਾਈ ਕੌਣ ਲੜੂਗਾ? ਕੋਈ ਬੰਦਾ ਬੋਲਦਾ ਹੀ ਨਹੀਂ। ਇਹ ਘਰ ਦੇ ਡਰ ਨੇ ਕਿ ਜਾਂ ਸਮਾਜਿਕ ਡਰ ਨੇ ਵੀ ਮੈਂ ਨਹੀਂ ਬੋਲਣਾ, ਇੱਕੋ ਲੀਚ ਹੀ ਚੱਲਣਾ। ਕੀ ਕਹਿੰਦੇ? ਜਿੱਥੇ ਤੱਕ ਕੈਨੇਡਾ ਦੀ ਗੱਲ ਹੈਗੀ ਹੈ, ਇੱਕ ਨਵੀਂ ਡਿਵੈਲਪਮੈਂਟ ਪਿਛਲੇ 36 ਘੰਟਿਆਂ ਦੇ ਵਿੱਚ ਇੱਕ ਹੋਰ ਹੋਈ ਹੈ। ਕੈਨੇਡਾ ਅਥਾਰਟੀਜ਼ ਨੇ, ਕੈਨੇਡਾ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਇੰਡੀਆ ਆਉਣ ਵਾਲੇ ਲੋਕਾਂ ਵਾਸਤੇ ਕਿ ਜੰਮੂ ਕਸ਼ਮੀਰ ਤੇ ਮਨੀਪੁਰ ਦੇ ਵਿੱਚ ਇੱਕ ਤਰੀਕੇ ਨਾਲ ਸਤਰਕ ਰਹਿਣ, ਉੱਥੇ ਨਾ ਜਾਣ। ਔਰ ਉਹਦੇ ਵਿੱਚੋਂ ਲੱਦਾਖ ਨੂੰ ਇਨਕਲੂਡ ਨਹੀਂ ਕੀਤਾ। ਪਰ ਇਹ ਸਾਰੀ ਗੱਲਾਂ ਦੇ ਵਿੱਚ ਇੱਕ ਗੱਲ ਹੋਰ ਵੀ ਨਿਕਲ ਕੇ ਆਈ ਹੈ ਕਿ ਇਹ ਗੱਲ ਜਦ ਬੈਂਡ ਗਰਲ ਦੀ ਹੋਈ, ਪੋਲੀਟੀਕਲ ਐਸਾਈਲਮ, ਉਹ ਕੈਨੇਡਾ ਦੇ ਵਿੱਚ ਮੇਰੇ ਖਿਆਲ ਨਾਲ ਟਰੂਡੋ ਸਾਹਿਬ ਦੇ ਪਿਤਾ ਸੀਗੇ ਜਦ ਪ੍ਰਧਾਨ ਮੰਤਰੀ, ਤਦ ਤੋਂ ਇਹ ਪਾਲਿਸੀ ਚੱਲਦੀ ਆਈ ਹੈ ਕਿ ਪੋਲੀਟੀਕਲ ਐਸਾਈਲਮ ਉੱਥੇ ਦਿੱਤਾ ਜਾਂਦਾ ਸੀਗਾ। ਔਰ ਉਸ ਪਾਲਿਸੀ ਨੂੰ ਕੰਟੀਨਿਊ ਕਰਦੇ ਹੋਏ ਜਸਟਿਨ ਟਰੂਡੋ ਵੀ ਦੇਖੇ ਗਏ। ਹੁਣ ਗੱਲ ਕਰੀਏ ਪਾਰਲੀਮੈਂਟ ਦੇ ਵਿੱਚ ਆਏ ਉਸ ਵੂਮਨ ਰਿਜ਼ਰਵੇਸ਼ਨ ਬਿੱਲ ਦੀ। ਬਹੁਤ ਸਾਲਾਂ ਬਾਅਦ 1996-97 ਤੋਂ ਬਾਅਦ, ਭਾਵੇਂ 2010 ਦੇ ਵਿੱਚ ਇਹ ਬਿੱਲ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਸੀ, ਲੋਕ ਸਭਾ ਦੇ ਵਿੱਚ ਹੰਗਾਮਾ ਹੋ ਗਿਆ ਸੀਗਾ, ਔਰ ਉਸ ਤੋਂ ਬਾਵਜੂਦ ਕੱਲ ਇਹ ਬਿੱਲ ਪੇਸ਼ ਹੋ ਗਿਆ। ਇਸ ਬਿੱਲ ਦਾ ਨਾਂ ਕੀ ਹੈ? ਨਾਰੀ ਸ਼ਕਤੀ ਵੰਦਨ ਅਧਿਨਿਯਮ। ਯਾਨੀ ਇਸ ਨਾਂ ਤੋਂ ਇਹ ਨਾਰੀ ਸ਼ਕਤੀ ਵਾਲਾ ਬਿੱਲ ਆਇਆ, ਵਿਮਨ ਰਿਜ਼ਰਵੇਸ਼ਨ ਬਿੱਲ ਆਇਆ। ਔਰ ਇਹਦੇ ਬਾਅਦ ਕਿਹਾ ਜਾਂਦਾ ਹੈ ਕਿ 33% ਰਿਜ਼ਰਵੇਸ਼ਨ ਤੋਂ ਬਾਅਦ ਜਿਹੜੀ ਹੁਣੇ ਪਾਰਲੀਮੈਂਟ ਦੇ ਵਿੱਚ 82 ਸੀਟਾਂ ਦੇ ਉੱਤੇ ਵਿਮਨ ਯਾਨੀ ਔਰਤਾਂ ਕਾਬਜ਼ ਨੇ, ਉਹ ਸੀਟਾਂ ਵੱਧ ਕੇ 181-182 ਹੋ ਸਕਦੀਆਂ। ਔਰ ਇਹ ਫਿਲਹਾਲ ਖਾਸ ਕਰਕੇ 2024 ਦੇ ਵਿੱਚ ਜਾਂ 5 ਸੂਬਿਆਂ ਦੇ ਵਿੱਚ ਹੋਣ ਵਾਲੇ ਇਲੈਕਸ਼ਨ, ਕਿਉਂਕਿ ਕੋਸ਼ਿਸ਼ ਹੈ ਕਿ 18 ਤੋਂ 22 ਦੇ ਵਿੱਚ ਜਾਂ 5 ਦਿਨਾਂ ਦੇ ਸੈਸ਼ਨ ਦੇ ਵਿੱਚ ਹੀ ਲੋਕ ਸਭਾ ਦੇ ਵਿੱਚ ਵੀ ਔਰ ਰਾਜ ਸਭਾ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਾ ਲਿਆ ਜਾਏ। ਅੱਜ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵਿਮਨ ਰਿਜ਼ਰਵੇਸ਼ਨ ਬਿੱਲ ਦੇ ਉੱਤੇ ਹੀ ਲੋਕ ਸਭਾ ਦੇ ਵਿੱਚ ਜਾਂ ਜੁਆਇੰਟ ਸੈਸ਼ਨ ਆਫ ਪਾਰਲੀਮੈਂਟ ਦੇ ਵਿੱਚ ਇਹ ਬਹਿਸ ਹੋਣੀ ਹੈ। ਔਰ ਇਹ ਗੱਲ ਵੀ ਤੈਅ ਹੈ ਕਿ 2026 ਤੋਂ ਪਹਿਲੇ ਇਹ ਇੰਪਲੀਮੈਂਟ ਨਹੀਂ ਹੋ ਸਕਦਾ, ਜਿੱਦਾਂ ਜ਼ਿਕਰ ਅਸੀਂ ਕੱਲ ਵੀ ਕੀਤਾ ਸੀਗਾ। ਕਾਰਨ ਕਿ ਹਜੇ ਜਿਹੜਾ ਸੈਂਸਸ ਹੋਣੀ ਹੈ
ਜਿਹੜੀ 2021 ਦੇ ਵਿੱਚ ਡਿਊ ਸੀਗੀ, ਉਹ ਹਜੇ ਤੱਕ ਡੇਟ ਹੀ ਨਹੀਂ ਆਈ ਕਿ ਕਦੋਂ ਇਹ ਸੈਂਸਸ ਹੋਣੀ ਹੈ, ਕਿਉਂਕਿ ਕਰੋਨਾ ਕਾਲ ਦੇ ਕਾਰਨ ਇਸ ਸੈਂਸਸ ਨੂੰ ਡਿਲੇ ਕਰ ਦਿੱਤਾ ਗਿਆ ਸੀ। ਔਰ 2026 ਦੇ ਵਿੱਚ ਡੀਲਿਮਿਟੇਸ਼ਨ ਦੀ ਐਕਟੀਵਿਟੀ ਹੋਣੀ ਹੈ, ਜਿਹੜੀ ਸੈਂਸਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ, ਯਾਨੀ 2029 ਤੋਂ ਪਹਿਲੇ ਇਹ ਨਹੀਂ ਹੋ ਸਕਦਾ। ਹੁਣ ਇਸ ਬਿੱਲ ਦੇ ਉੱਤੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵੱਖ-ਵੱਖ ਰਿਐਕਸ਼ਨ ਵੀ ਹੈਗੇ ਆ, ਕਿਉਂਕਿ ਕੁਝ ਕਾਂਗਰਸ ਦੇ ਲੀਡਰਾਂ ਨੇ ਔਰ ਉਮਾ ਭਾਰਤੀ ਬੀਜੇਪੀ ਦੇ ਲੀਡਰਾਂ ਨੇ ਇਹ ਗੱਲ ਕੀਤੀ ਹੈ ਵੀ 33% ਰਿਜ਼ਰਵੇਸ਼ਨ ਦੇ ਵਿੱਚ SC ST ਤੇ ਆ ਗਏ, OBC ਕਿੱਥੇ ਜਾਣਗੇ। ਉਮਾ ਭਾਰਤੀ ਉਹਨਾਂ ਨੇ ਤੇ ਵੱਧ ਚੜ ਕੇ 50% OBC ਦੇ ਵਾਸਤੇ ਵੀ ਰਿਜ਼ਰਵੇਸ਼ਨ ਔਰ ਮਹਿਲਾ ਵਾਸਤੇ ਕਰਨ ਦੀ ਇੱਕ ਕਵਾਇਦ ਕੀਤੀ ਹੈ, ਇੱਕ ਮੰਗ ਕੀਤੀ ਹੈ। ਔਰ ਉੱਥੇ ਹੀ ਪੀ ਚਿਦੰਬਰਮ ਕਹਿੰਦੇ ਨੇ ਕਿ ਆ ਜਿਹੜਾ ਵਿਮਨ ਰਿਜ਼ਰਵੇਸ਼ਨ ਬਿੱਲ ਲੈ ਕੇ ਆਇਆ ਇਹਦਾ ਆਧਾਰ ਕੀ ਹੈ, ਕਾਰਨ ਕਿ ਇਹ ਉਹਨਾਂ ਗੱਲਾਂ ਦੇ ਉੱਤੇ, ਯਾਨੀ ਸੈਂਸਸ ਦੀ ਹਜੇ ਤੱਕ ਤਰੀਕ ਤੈਅ ਨਹੀਂ ਹੋਈ, ਡੀਲਿਮਿਟੇਸ਼ਨ ਪ੍ਰੋਸੈਸ ਕਦੋਂ ਸ਼ੁਰੂ ਹੋਣਾ ਉਹਦਾ ਵੀ ਕੋਈ ਜ਼ਿਕਰ ਨਹੀਂ ਹੈਗਾ, ਤੇ ਉਹਨਾਂ ਦੋਨਾਂ ਦੇ ਉੱਤੇ ਡਿਪੈਂਡ ਕਰਨ ਵਾਲਾ ਔਰ ਇਸ ਵਿਮਨ ਰਿਜ਼ਰਵੇਸ਼ਨ ਬਿੱਲ ਨੂੰ ਡੀਲਿਮਿਟੇਸ਼ਨ ਦੇ ਨਾਲ ਲਿੰਕ ਕਰਕੇ ਇਹ 5 6 7 ਸਾਲਾਂ ਵਾਸਤੇ ਇੱਕ ਤਰੀਕੇ ਨਾਲ ਡੈਫਰ ਕੀਤਾ ਜਾ ਰਿਹਾ, ਜਿਹਦਾ ਹਜੇ ਕੋਈ ਵੀ ਫਾਇਦਾ ਮਹਿਲਾਵਾਂ ਨੂੰ ਵੀ ਨਹੀਂ ਹੋਣਾ ਔਰ ਪਾਰਲੀਮੈਂਟ ਦੇ ਵਿੱਚ ਵੀ ਜਦ ਤੱਕ ਇਹ ਸੀਟਾਂ ਨਹੀਂ ਵੱਧਦੀ ਤਦ ਤੱਕ ਕੁਝ ਨਹੀਂ ਹੋਣਾ। ਲਾਟਰੀ ਬੇਸ ਦੇ ਉੱਤੇ ਕਈ ਵਾਰ ਰਿਜ਼ਰਵੇਸ਼ਨ ਹੋਣ ਵਾਲੀ ਸੀਟਾਂ ਦਾ ਡਰਾ ਕੱਢਿਆ ਜਾਂਦਾ ਹੈ, ਉਹਦੇ ਵਿੱਚ ਜੇ ਨੰਬਰ ਪ੍ਰਧਾਨ ਮੰਤਰੀ ਦੀ ਆਪਣੀ ਕੌਂਸਟੀਚੁਐਂਸੀ ਦਾ ਹੀ ਆ ਗਿਆ ਤਾਂ ਵੀ ਇੱਕ ਪੰਗਾ ਪੈ ਸਕਦਾ। ਪਰ ਚਲੋ ਹਜੇ ਗੱਲ ਸ਼ੁਰੂ ਹੋਈ ਹੈ, ਲੇਕਿਨ ਇਸ ਮੁੱਦੇ ਦੇ ਉੱਤੇ 2029 ਤੋਂ ਪਹਿਲੇ ਜਾਂ 2027 ਤੋਂ ਪਹਿਲੇ ਕੋਈ ਬਹੁਤਾ ਐਕਸ਼ਨ, ਕਿਉਂਕਿ 2027 ਦੇ ਵਿੱਚ 8 ਸੂਬਿਆਂ ਦੇ ਵਿੱਚ ਅਸੈਂਬਲੀ ਇਲੈਕਸ਼ਨ ਡਿਊ ਹੈ ਔਰ ਉਸ ਤੋਂ ਬਾਅਦ 2029 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੋਕ ਸਭਾ ਦੇ ਇਲੈਕਸ਼ਨ ਡਿਊ ਹੈ, ਤਦ ਇਹ ਜ਼ਰੂਰ ਇੰਪਲੀਮੈਂਟ ਹੋ ਸਕਦੀ ਹੈ, ਪਰ ਉਸ ਤੋਂ ਪਹਿਲੇ ਇਹਦੀ ਇੰਪਲੀਮੈਂਟੇਸ਼ਨ ਦਾ ਕੋਈ ਵੀ ਇੱਕ ਤਰੀਕੇ ਨਾਲ ਤਰੀਕਾ ਨਹੀਂ ਹੈਗਾ। ਭਾਸਕਰ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਮੁਸ਼ਕਲ ਥੋੜੀ, ਜਿੱਥੋਂ ਮਰਜ਼ੀ ਲੜ ਲੈਣਗੇ, ਤਾਂ ਖੁੱਲਾ ਹੱਥ। ਇਹ ਤਾਂ ਮੁਕੱਦਰ ਦੀ ਗੇਮ ਹੁੰਦੀ ਹੈ ਕਿ ਬੰਦਾ ਕਿੱਥੇ ਹੋਵੇ ਜਿੱਥੇ ਕੁਝ ਵੀ ਅਸੰਭਵ ਨਾ ਹੋਵੇ, ਪਰ ਅਸੰਭਵ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਹੈ। ਮੈਨੂੰ ਲੱਗਦਾ ਹੈ ਬੰਦੇ ਦਾ ਸਭ ਕੁਝ ਉਹਦੀ ਸਿਹਤ ਨਾਲ ਚੱਲਦਾ। ਮਾੜਾ ਜਿਹਾ ਜ਼ੁਕਾਮ ਹੋਇਆ ਹੋਵੇ ਨਾ ਤੇ ਤੁਹਾਡਾ ਸਾਰਾ ਜਿੰਨਾ ਹੁੰਦਾ ਨਾ, ਜੇ ਤੁਹਾਡੀ ਵਿਲ ਖਤਮ ਹੋ ਜਾਂਦੀ ਹੈ। ਇੱਥੇ ਇੰਦਰਪ੍ਰੀਤ ਜੀ ਇੱਕ ਟਿੱਪਣੀ ਮਹਿਲਾ ਰਿਜ਼ਰਵੇਸ਼ਨ ਬਿੱਲ ਤੇ, ਫਿਰ ਮੈਂ ਤੁਹਾਡੇ ਕੋਲ ਜਾਣਾ ਕਿ ਕਿੱਦਾਂ ਪੰਜਾਬ ਦੀਆਂ ਉਦਯੋਗਿਕ ਸੰਸਥਾਵਾਂ ਮਰੀਆਂ, ਹੁਣ ਮੰਡੀਕਰਨ ਇਸ ਫਹਿਰਿਸਤ ਵਿੱਚ ਵਧਣ ਜਾ ਰਿਹਾ। ਮੰਡੀਕਰਨ ਬੋਰਡ ਜਿਹਦੇ ਕੋਲ ਕਦੇ ਕੋਈ ਪੈਸੇ ਸਰਕਾਰ ਮੰਗ ਲੈਂਦੀ ਹੁੰਦੀ ਵੀ ਦੇ ਦਿਓ ਚੱਲ 4 ਪੈਸੇ, ਹੁਣ ਅੱਜ ਕੱਲ ਉਹ ਹੱਥ ਅੱਡੀ ਖੜਾ ਹੈ। ਖੈਰ, ਆਪਾਂ ਪਹਿਲਾਂ ਤੁਹਾਡੇ ਕੋਲ ਮਹਿਲਾ ਆਰਕਸ਼ਣ ਬਿੱਲ, ਤੁਸੀਂ ਸਾਰਿਆਂ ਕਹਿਣਾ ਮੈਂ ਵੀ ਹਿੰਦੀ ਫੜ ਲਈ, ਪੰਜਾਬੀ ਚੰਗੀ ਭਲੀ ਹੈਗੀ ਹੈ, ਵੈਸੇ ਹਿੰਦੀ ਮਾੜੀ ਨਹੀਂ, ਪਰ ਪੰਜਾਬੀ ਜਿੰਨਾ ਚਿਰ ਅਸੀਂ ਬੋਲ ਸਕਦੇ ਹਾਂ, ਸਮਝਦੇ ਇੱਕ ਦੂਜੇ ਨੂੰ, ਤੇ ਅਸੀਂ ਬੋਲੀਏ। ਤੇ ਇੰਦਰਪ੍ਰੀਤ ਤੇ ਭਾਸਕਰ ਸਾਹਿਬ ਦੀਆਂ ਕੁਝ ਸਮੱਸਿਆਵਾਂ ਨੇ, ਇਹ ਹੈ ਹੀ ਹਿੰਦੀ ਵਾਲੇ ਪਾਸਿਓਂ ਆਉਂਦੇ ਨੇ, ਤੇ ਮੈਂ ਇਹ ਰਾਖਵਾਂਕਰਨ ਕਹਿ ਲਾਂ ਇੱਕ ਵਾਰੀ ਕਿ ਮਹਿਲਾ ਰਾਖਵਾਂਕਰਨ ਬਿੱਲ ਤੇ ਤੁਰਿਓ। ਬਿਲਕੁਲ, ਮਹਿਲਾ ਰਾਖਵਾਂਕਰਨ ਬਿੱਲ ਦੇ ਉੱਤੇ ਦੇਖੋ, ਜਿਵੇਂ ਭਾਸਕਰ ਸਾਹਿਬ ਨੇ ਵੈਸੇ ਤੱਕ ਡਿਟੇਲ ਦੇ ਹੀ ਦਿੱਤੀ ਹੈ, ਮੈਂ ਉਸ ਤਾਂ ਹੁਣ ਨਹੀਂ ਜਾਣਾ, ਪਰ ਜਿਹੜਾ ਮਹਿਲਾ ਰਾਖਵਾਂਕਰਨ ਬਿੱਲ ਹੈ ਉਹ ਇਸ ਗੱਲ ਦੇ ਉੱਤੇ ਵੀ ਡਿਪੈਂਡ ਕਰਦਾ ਕਿ ਯਾਰ, ਜਿਵੇਂ ਤੁਸੀਂ ਨਿਤੜਕ ਸਿੰਘ ਬਰਾੜ ਹੋਰਾਂ ਦੀ ਗੱਲ ਕੀਤੀ ਨਾ, ਕਿ ਨਿਤੜ ਉਹ ਕਹਿ ਰਿਹਾ ਕਿ ਜਿਹੜੀਆਂ ਬੀਬੀਆਂ ਹਰਾ ਕੇ ਆਉਂਦੀਆਂ ਨੇ, ਮਤਲਬ ਤਗੜੇ ਬੰਦਿਆਂ ਨੂੰ ਹਰਾ ਕੇ ਆਉਂਦੀਆਂ ਨੇ, ਉਹਨਾਂ ਨੂੰ ਆਪਾਂ ਕਿਉਂ ਸੀਮਿਤ ਕਰ ਰਹੇ ਹਾਂ। ਗੱਲ ਬਰਾੜ ਸਾਹਿਬ ਇਹ ਨਹੀਂ ਹੈ ਕਿ ਉਹਨਾਂ ਨੂੰ ਸੀਮਿਤ ਕੀਤਾ ਜਾ ਰਿਹਾ ਹੈ, ਗੱਲ ਇਹ ਹੈ ਕਿ ਅਸੀਂ ਉਹਨਾਂ ਨੂੰ ਮੌਕਾ ਕਦੋਂ ਦਿੰਦੇ ਹਾਂ, ਕਿੰਨਾ ਕੁ ਜਣਿਆਂ ਨੂੰ ਕਿੰਨੇ ਮੌਕੇ ਦਿੰਦੇ ਹਾਂ। ਜੇ ਤੁਸੀਂ ਕਿਸੇ ਵੀ ਪਾਰਟੀ, ਪੋਲੀਟੀਕਲ ਪਾਰਟੀ ਦੀ, ਮੈਂ ਜਿੱਤਣ ਦੀ ਗੱਲ ਨਹੀਂ ਕਰ ਰਿਹਾ ਇੱਥੇ ਰੰਧਾਵਾ ਸਾਹਿਬ, ਮੈਂ ਸਿਰਫ ਉਹਨਾਂ ਨੂੰ ਸੀਟਾਂ ਦੇਣ ਦੀ ਗੱਲ ਕਰ ਰਿਹਾ। ਤੁਸੀਂ ਦੇਖੋ, ਜੇ 117 ਸੀਟਾਂ 'ਚ ਅਸੀਂ 4 ਮਤਲਬ ਪੋਲੀਟੀਕਲ ਪਾਰਟੀਆਂ ਨੂੰ, ਵੱਡੀਆਂ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਲਗਾ ਲਈਏ ਜਾਂ 3 ਨੂੰ ਲਗਾ ਲਈਏ, ਘੱਟੋ ਘੱਟ 3 ਦੇ ਵਿੱਚ ਤੁਸੀਂ ਦੇਖੋ ਕਿ ਲੇਡੀਜ਼ ਨੂੰ ਕਿੰਨੀਆਂ ਦਿੱਤੀਆਂ ਨੇ ਉਹਨਾਂ ਨੇ, ਤੇ ਜਦੋਂ ਤੁਸੀਂ ਉਹਨਾਂ ਨੂੰ ਟਿਕਟ ਹੀ ਨਹੀਂ ਦੇਣਾ ਤਾਂ ਫਿਰ ਉਹ ਜਿੱਤ ਕੇ ਆਣਗੀਆਂ ਵੀ ਕਿਵੇਂ? ਜਾਂ ਤਾਂ ਫਿਰ ਉਹ ਬਿਲਕੁਲ ਅਲੱਗ ਤੌਰ ਤੇ ਲੜਨ, ਮਤਲਬ ਇੰਡੀਪੈਂਡੈਂਟ ਲੜਨ, ਫਿਰ ਆਉਣ ਬਾਹਰ। ਸਾਡੀ ਮੈਂਟੈਲਿਟੀ ਹਜੇ ਵੀ ਪੁਰਸ਼ ਪ੍ਰਧਾਨ ਹੈ, ਇਹ ਸਾਨੂੰ ਮੰਨਣਾ ਹੀ ਚਾਹੀਦਾ। ਅਸੀਂ ਕਦੀ ਮਹਿਲਾ ਲੀਡਰਸ਼ਿਪ ਬਣਨ ਹੀ ਨਹੀਂ ਦਿੱਤੀ। ਤੁਸੀਂ ਦੇਖੋ ਕਿੰਨੇ ਕੁ ਮੌਕੇ ਦਿੰਦੇ ਅਸੀਂ ਮਹਿਲਾ ਲੀਡਰਸ਼ਿਪ ਨੂੰ ਵੀ ਉੱਭਰੇ, ਅਸੀਂ ਕਦੇ ਮੌਕਾ ਨਹੀਂ ਦਿੰਦੇ। ਸੋ ਇਸ ਕਰਕੇ ਇਹ ਕਹਿਣਾ ਕਿ ਜੀ ਉਹ ਵੱਡੀਆਂ ਹਰਾ ਕੇ ਆਉਂਦੀਆਂ, ਉਹ ਤਾਂ ਇੱਕ ਮੌਕਾ ਸੀਗਾ, ਇਹ ਨਹੀਂ ਕਿ ਜੀਵਨ ਜੋਤ ਕੋਈ ਬਹੁਤ ਵੱਡੇ ਲੀਡਰ ਸੀ ਇਸ ਕਰਕੇ ਉਹਨਾਂ ਨੇ ਵਿਕਰਮ ਮਜੀਠੀਆ ਜਾਂ ਨਵਜੋਤ ਸਿੱਧੂ ਵਰਗੇ ਬੰਦਿਆਂ ਨੂੰ ਪਟਕਣੀ ਦੇਤੀ ਹੈ। ਉਹ ਇੱਕ ਹਵਾ ਸੀ ਜਿਹਦੇ ਵਿੱਚ ਉਹ ਬਹਿ ਕੇ ਨਿਕਲ ਗਏ। ਹੁਣ ਜੇ ਲੜ ਲੈਣ ਤਾਂ ਹੋ ਸਕਦਾ ਕਿ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਹੋ ਜੇ। ਸੋ ਐਦਾਂ ਨਹੀਂ ਹੁੰਦਾ, ਕਈ ਵਾਰੀ ਸੀਟਾਂ ਐਦਾਂ ਨਿਕਲਣੀਆਂ। ਹਾਂ, ਬਹੁਤ ਸਾਰੀਆਂ ਜਿਵੇਂ ਸੁਸ਼ਮਾ ਸਵਰਾਜ ਵਰਗੀਆਂ ਸੀਗੀਆਂ ਜਿਹੜੀਆਂ ਸਟੂਡੈਂਟ ਪੋਲਿਟਿਕਸ ਤੋਂ ਉੱਪਰ ਉੱਠ ਕੇ ਆਈਆਂ ਨੇ, ਉਹਨਾਂ ਬਾਰੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਨੇ ਮੌਕੇ ਦਿੱਤੇ, ਹਰ ਜਗ੍ਹਾ ਤੇ ਉਹਨਾਂ ਨੂੰ ਜਾ ਕੇ ਆਪਣੀ ਲੀਡਰਸ਼ਿਪ ਉਭਾਰਨ ਦਾ ਮੌਕਾ ਦਿੱਤਾ।
ਉਹ ਬੈਲਾਰੀ 'ਚ ਵੀ ਜਾ ਕੇ ਮਤਲਬ ਸੋਨੀਆ ਗਾਂਧੀ ਦੇ ਖਿਲਾਫ ਲੜੇ, ਤਾਂ ਉਹ ਇੱਕ ਲੀਡਰਸ਼ਿਪ ਤਾਂ ਤੁਸੀਂ ਕਹਿ ਸਕਦੇ ਹੋ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਹੋਈ। ਮੈਨੂੰ ਯਾਦ ਹੈ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਊਗਾ, ਜਦੋਂ 2017 ਵੇਲੇ ਇੱਕ ਬਹੁਤ ਨਵਾਂ ਫਿਨੋਮੇਨਾ ਪੰਜਾਬ ਦੇ ਵਿੱਚ ਆਇਆ ਸੀ, ਪਰ ਉਹਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ। ਮੈਂ ਇਸ ਗੱਲ ਨੂੰ ਬੜੀ ਅਫਸੋਸਜਨਕ ਸਥਿਤੀ 'ਚ ਲੈਣਾ ਕਿ ਇਹ ਸਾਡੇ ਲਈ ਬੜਾ ਅਫਸੋਸਜਨਕ ਸੀ। ਅਸੀਂ ਬਾਰ-ਬਾਰ ਫਾਰਮਰ ਸੁਸਾਈਡ ਦੀ ਤਾਂ ਗੱਲ ਕਰਦੇ ਹਾਂ ਕਿ ਫਾਰਮਰਸ ਨੇ ਸੁਸਾਈਡ ਕਰ ਲਿਆ, ਪਰ ਜਿਹੜੀਆਂ ਉਸ ਤੋਂ ਬਾਅਦ ਉਹਨਾਂ ਦੀਆਂ ਵਿਧਵਾਵਾਂ ਰਹਿ ਗਈਆਂ ਨੇ, ਉਹ ਕਿਵੇਂ ਜੀਵਨ ਯਾਪਨਾ ਕਰ ਰਹੀਆਂ ਨੇ, ਉਹਦੇ ਬਾਰੇ ਅਸੀਂ ਕਦੇ ਨਹੀਂ ਬੋਲਦੇ, ਕਦੇ ਨਹੀਂ ਅਸੀਂ ਇਹ ਦੇਖਦੇ ਵੀ ਯਾਰ ਉਹਨਾਂ ਦੀ ਹਾਲਤ ਕੀ ਹੈ, ਕੀ ਕਿਸੇ ਸੰਸਥਾ ਨੇ ਉਹਦਾ ਕੰਮ ਕਰਨ ਦਾ ਕੋਸ਼ਿਸ਼ ਕੀਤੀ ਹੈ। ਉਹਨਾਂ ਦੀ ਇੱਕ ਲੇਡੀ ਨੇ ਪੂਰੇ ਉਹਨਾਂ ਨੂੰ ਸਾਰੀ ਪਾਰਟੀਆਂ ਨੂੰ ਚੁਣੌਤੀ ਦਿੱਤੀ ਕਿ ਮੈਂ ਖੜੂੰਗੀ। ਸਿਰਫ 3000 ਵੋਟਾਂ ਪਈਆਂ ਉਹਨਾਂ ਤੇ। ਮੈਨੂੰ ਤਾਂ ਬਹੁਤ ਆਸ ਸੀਗੀ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਇੰਨੀਆਂ ਗੱਲਾਂ ਕਰਦੀਆਂ ਨੇ ਫਾਰਮਰ ਸੁਸਾਈਡ ਤੇ, ਉਹ ਤਾਂ ਘੱਟੋ ਘੱਟ ਉਹਨਾਂ ਨਾਲ ਖੜਨਗੀਆਂ, ਪਰ ਮੈਨੂੰ ਤਾਂ ਅਫਸੋਸ ਹੋਇਆ ਕਿ ਕੋਈ ਖੜਿਆ ਹੀ ਨਹੀਂ ਉਹਨਾਂ ਨਾਲ। ਉਹ ਵਿਚਾਰੀਆਂ ਕੋਲੇ ਕੋਈ ਪੈਸਾ ਨਹੀਂ ਸੀ ਕਿ ਉਹ ਐਡੇ ਵੱਡੇ ਧਨਾੜ ਬੰਦਿਆਂ ਨਾਲ ਜਾਂ ਧਨਾੜ ਪੋਲੀਟੀਕਲ ਪਾਰਟੀਆਂ ਨਾਲ ਲੜ ਸਕਣ। ਤਾਂ ਫਿਰ ਵੀ ਜੋ ਲੜ ਕੇ 3000 ਵੋਟਾਂ ਲੈ ਗਈਆਂ, ਇਹ ਉਹਨਾਂ ਦੀ ਆਪਣੀ ਕਾਬਲੀਅਤ ਹੈ, ਇਹ ਉਹਨਾਂ ਦੀ ਆਪਣੀ ਦ੍ਰਿੜਤਾ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਲੀਡਰਸ਼ਿਪ ਜਿਹੜੀ ਹੈ, ਪਰ ਜਿਵੇਂ ਤੁਸੀਂ ਇਲੈਕਸ਼ਨ ਨੂੰ ਇੰਨਾ ਮਹਿੰਗਾ ਕਰਤਾ ਹੈ, ਤਾਂ ਇਸ ਤਰ੍ਹਾਂ ਦੇ ਦ੍ਰਿੜੀ ਔਰਤਾਂ ਵੀ ਜਿਹੜੀਆਂ ਨੇ ਉਹ ਵਿਚਾਰੀਆਂ ਪਿੱਛੇ ਹੋ ਕੇ ਰਹਿ ਜਾਂਦੀਆਂ ਨੇ, ਉਹਨਾਂ ਨੂੰ ਮੌਕਾ ਮਿਲਦਾ ਹੀ ਨਹੀਂ ਹੈ ਕਦੀ। ਸੋ ਮੇਨ ਗੱਲ ਹੈਗੀ ਹੈ ਕਿ ਪੋਲੀਟੀਕਲ ਪਾਰਟੀਆਂ ਕਿੰਨੀਆਂ ਕੁ ਔਰਤਾਂ ਨੂੰ ਜਿਹੜੀਆਂ ਹੈਗੀਆਂ ਉਹ ਅੱਗੇ ਆਉਣ ਦਾ ਮੌਕਾ ਦਿੰਦੇ। ਜੀ, ਵੈਸੇ ਸਵਾਲ ਤੁਸੀਂ ਬਹੁਤ ਅਹਿਮ ਉਠਾਇਆ। ਇੱਥੇ ਬੀਬੀ ਖਾਲੜਾ ਤਰਨਤਾਰਨ ਖਡੂਰ ਸਾਹਿਬ ਹਲਕਾ ਜਿਹੜਾ ਬਾਅਦ ਚ ਬਣਿਆ, ਉਹਦੇ ਵਿੱਚੋਂ ਲੜੇ ਪਿਛਲੀ ਪਾਰਲੀਮਾਨੀ ਇਲੈਕਸ਼ਨ। ਕਿੰਨੀਆਂ ਕੁ ਪਾਰਟੀਆਂ ਨੇ ਉਹਨਾਂ ਦਾ ਸਪੋਰਟ ਕਰਤਾ? ਉਹ ਸਾਰੀਆਂ ਪਾਰਟੀਆਂ ਜਿਹੜੀਆਂ ਮਨੁੱਖੀ ਹੱਕਾਂ ਦੇ ਘਾਣ ਦੇ ਨਜ਼ਰੀਏ ਤੋਂ ਹਮੇਸ਼ਾ ਖਾਲੜਾ ਨੂੰ, ਭਾਈ ਜਸਵੰਤ ਸਿੰਘ ਖਾਲੜਾ ਨੂੰ ਅਕਸਰ ਇਹ ਮੰਨਦੀਆਂ ਰਹੀਆਂ ਕਿ ਉਹਦਾ ਕੰਮ ਹੈ, ਤੇ ਜਿਸ ਦਿਨ ਜ਼ਰੂਰਤ ਪਈ ਕੋਈ ਹਰ ਇੱਕ ਨੇ ਆਪਣੇ ਕੈਂਡੀਡੇਟ ਉਤਾਰੇ। ਸਵਾਲ ਇਸ ਗੱਲ ਦਾ ਨਹੀਂ ਹੈ, ਇਹ ਹਾਥੀ ਦੇ ਦੰਦ ਖਾਣ ਤੇ ਵਿਖਾਉਣ ਦੇ ਜਿੱਦਾਂ ਫਰਕ ਨਾ, ਇਦਾਂ ਸਾਡੀ ਸਿਆਸਤ ਵਾਲਿਆਂ ਦੇ ਚਿਹਰੇ ਕੁਝ ਜਿਹੜੀ ਸਾਡੀ ਅਸਲ 'ਚ ਹੈ ਕਹਿਣੀ ਤੇ ਸਾਡੀ ਕਰਨੀ, ਉਹਨਾਂ ਦੋਨਾਂ ਦੇ ਵਿੱਚ ਇਵੇਂ ਦਾ ਹੀ ਇੱਕ ਫਰਕ ਹੈ। ਪਰ ਮੈਂ ਹੁਣ ਜਿਹੜੀ ਗੱਲ ਜਿਸ ਮੁੱਦੇ ਤੇ ਜਾਣਾ ਚਾਹੁੰਦਾ ਹੈ, ਵੈਸੇ ਤਾਂ ਸਾਡੇ ਪੰਜਾਬ ਦੇ ਵਿੱਚ ਅਜੇ ਵੀ ਅਕਾਲੀ ਦਲ ਦੇ ਵਿੱਚ ਮੈਂ ਦੇਖਿਆ ਕਈ ਔਰਤਾਂ ਜਿਹੜੀਆਂ ਪਿਛਲੇ ਦਿਨਾਂ 'ਚ ਬਗਾਵਤ ਕਰ ਰਹੀਆਂ ਸੀ, ਉਹਨਾਂ 'ਚੋਂ ਇੰਨੀਆਂ ਧੜੱਲੇਦਾਰ ਔਰਤਾਂ ਸੀ, ਪਰ ਉਹਨਾਂ ਦਾ ਕਦੇ ਚਿਹਰਾ ਵੱਡਾ ਨਹੀਂ ਹੋ ਸਕਿਆ। ਇੱਕ ਦੋ ਔਰਤਾਂ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਵੀ ਬੀਬੀ ਜਗੀਰ ਕੌਰ ਨੇ ਆਪਣੇ ਦਮਖਮ ਤੇ ਚਿਹਰਾ ਵੱਡਾ ਕਰ ਲਿਆ। ਇਸ ਤੋਂ ਪਹਿਲਾਂ ਸਰਦਾਰ ਆਤਮਾ ਸਿੰਘ ਦੀ, ਜਿਹੜੀ ਸਵਰਗੀ ਆਤਮਾ ਸਿੰਘ ਦੀ ਪੁੱਤਰੀ ਉਪਿੰਦਰਜੀਤ ਕੌਰ, ਉਹ ਵੀ ਚਲੋ ਇੱਕ ਪਰਿਵਾਰਕ ਵਿਰਾਸਤ ਵਿੱਚੋਂ ਆ ਰਹੇ ਸੀ। ਹੋਰ ਕੋਈ ਬੀਬੀ ਜਿਹੜੀ ਆ ਉਹਦਾ ਚਿਹਰਾ ਵੱਡਾ ਨਹੀਂ ਹੋ ਸਕਿਆ, ਤੇ ਇਹਨਾਂ ਚੋਂ ਕਾਬਲ ਬੀਬੀਆਂ ਦੇ ਚਿਹਰੇ ਵੀ ਵੱਡੇ ਨਹੀਂ ਹੋ ਸਕੇ। ਇਹ ਵੀ ਤਰਾਸਦੀ ਆ, ਇਹ ਮੇਲ ਡੋਮੀਨੇਸ਼ਨ ਦੀ ਇੱਕ ਬਹੁਤ ਕਰੂਰ ਤਸਵੀਰ ਵੀ ਆ। ਪਰ ਆਪਾਂ ਚੱਲਦੇ ਹਾਂ ਪੰਜਾਬ ਦੀਆਂ ਸੰਸਥਾਵਾਂ ਕਿੱਦਾਂ ਮਰੀਆਂ। ਇਹ ਹੁਣ ਇਬਾਰਤਾਂ ਦਫਨ ਹੋ ਰਹੀਆਂ ਨੇ ਕਿ ਫਲਾਣਾ ਮਹਿਕਮਾ ਮਰ ਗਿਆ, ਫਲਾਣਾ ਮਰ ਗਿਆ, ਫਲਾਣਾ ਮਰ ਗਿਆ। ਕਿਸੇ ਵੇਲੇ ਬੜਾ ਅਹਿਮ ਹੁੰਦਾ ਸੀ। ਮੰਡੀਕਰਨ ਬੋਰਡ ਦੀ ਚੇਅਰਮੈਨੀ ਲੈਣ ਲਈ ਮਿਨਿਸਟਰੀ ਜਿੰਨਾ ਜ਼ੋਰ ਲੱਗਦਾ ਰਿਹਾ। ਵੈਸੇ ਇੰਦਰਪ੍ਰੀਤ ਜੀ, ਤੁਹਾਡੇ ਦੇਖਣ ਸਾਡੇ ਦੇਖਣ ਦੇ ਵਿੱਚ ਐਸਐਸ ਬੋਰਡ ਦੀ ਚੇਅਰਮੈਨੀ ਲਈ ਬੜਾ ਜ਼ੋਰ ਲੱਗਦਾ ਹੁੰਦਾ ਸੀ, ਪੀਪੀਐਸਸੀ ਦੇ ਲਈ ਬੜਾ ਜ਼ੋਰ ਲੱਗਦਾ ਹੁੰਦਾ ਸੀ। ਚਲੋ ਹੁਣ ਜਿਹੜੀ ਮੰਡੀਕਰਨ ਬੋਰਡ ਹੈ, ਮੰਡੀਕਰਨ ਬੋਰਡ ਵੀ ਭਿਖਾਰੀ ਜਿਹਾ ਬਣੀ ਜਾਂਦਾ। ਸੋ ਸਭ ਤੋਂ ਵੱਡਾ ਸਵਾਲ ਹੈ ਕਿ ਸਾਡੀਆਂ ਸੰਸਥਾਵਾਂ ਸਮਾਂ ਰਹਿੰਦਿਆਂ ਆਪਣੇ ਸਾਧਨ ਕਿਉਂ ਨਹੀਂ ਵਧਾਉਂਦੀਆਂ। ਹੁਣ ਇੱਥੇ ਬੰਦੇ ਜਿਹੜੇ ਲੱਗੇ ਹੋਏ ਆ ਉਹ ਉਦਯੋਗ ਆਈਐਸ ਅਫਸਰ ਹੁੰਦੇ ਨੇ, ਜਿਹੜੇ ਬਹੁਤ ਵੱਡੇ ਕੰਪੀਟੀਸ਼ਨ 'ਚ ਆਉਂਦੇ ਆ। ਇਹਦੇ ਨਾਲ ਹੀ ਇੱਕ ਹੋਰ ਸਵਾਲ ਖੜਾ ਹੁੰਦਾ, ਪ੍ਰਾਈਵੇਟ ਪਲੇਅਰ। ਤੁਸੀਂ ਦੇਖੋ, ਮੈਂ ਫਿਰ ਵੱਡੇ ਘਰਾਣਿਆਂ ਦਾ ਜ਼ਿਕਰ ਕਰੂੰ, ਅੰਬਾਨੀਆਂ ਅਡਾਨੀਆਂ ਨੇ ਆਪਣੇ ਪੈਸੇ ਦੇ ਬਲਬੂਤੇ ਤੇ ਹਰ ਖੇਤਰ 'ਚ ਸ਼ਮੂਲੀਅਤ ਕੀਤੀ। ਮੰਡੀਕਰਨ ਬੋਰਡ ਕੋਲ ਵੀ ਪੈਸੇ ਸੀ, ਸਰਕਾਰਾਂ ਮੰਗਦੀਆਂ ਰਹੀਆਂ, ਕਦੇ ਸਾਨੂੰ ਇੱਥੇ ਸੰਗਤ ਦਰਸ਼ਨ ਲਈ ਦੇ ਦਿਓ, ਕਦੇ ਸਾਨੂੰ ਕਿਸੇ ਦਾ ਕਰਜ਼ਾ ਮਾਫ ਕਰਨ ਲਈ ਦੇ ਦਿਓ। ਮੰਡੀਕਰਨ ਬੋਰਡ ਦੇ ਅਧਿਕਾਰੀ ਕਦੇ ਪਲੈਨਿੰਗ ਦੂਰਦਰਸ਼ੀ ਕਿਉਂ ਨਹੀਂ ਕਰ ਸਕੇ, ਲੰਬੇ ਸਮੇਂ ਦੀ ਪਲੈਨਿੰਗ ਕਿਉਂ ਨਹੀਂ ਕਰ ਸਕੇ? ਫੋਕਲ ਪੁਆਇੰਟ ਬਣੇ। ਅਸੀਂ ਕੋਲਡ ਸਟੋਰ ਲਾ ਸਕਦੇ ਸੀ, ਦੁਕਾਨਾਂ ਪਾ ਸਕਦੇ ਸੀ, ਸ਼ੋਰੂਮ ਪਾ ਸਕਦੇ ਸੀ, ਅਸੀਂ ਉਹਦੇ ਵਿੱਚ ਸ਼ੈਲਰ ਆਪਣੇ ਲਾ ਸਕਦੇ ਸੀ। ਕੁਝ ਨਹੀਂ ਕੀਤਾ। ਅਸੀਂ ਸਿਰਫ ਤੇ ਸਿਰਫ ਫਸਲ ਦੀ ਖਰੀਦ ਵੇਚ ਵਿੱਚ ਜਿਹੜੇ ਮਿਲਦੇ ਪੈਸੇ ਸੀ, ਦਲਾਲੀ ਸੀ, ਉਹਦੇ ਵਿੱਚ ਫਸ ਗਏ। ਉਹਨੂੰ ਕਮਿਸ਼ਨ ਕਹਿ ਲੈਂਦੇ ਹੋ ਤੁਸੀਂ ਦੂਜੇ ਲਫ਼ਜ਼ਾਂ ਦੇ ਵਿੱਚ। ਤਾਂ ਹੁਣ ਜਦੋਂ ਉਹ ਕਮਿਸ਼ਨ ਮੁੱਕਣ ਲੱਗਿਆ ਤੇ ਅਸੀਂ ਮਰਨ ਲੱਗ ਪਏ। ਫਿਰ ਇਹਦੇ ਵਿੱਚੋਂ ਮੁਲਾਜ਼ਮ ਕੱਢ ਕੇ ਦੂਜੇ ਪਾਸੇ ਚਲੇ ਜਾਣਗੇ, ਕਿਉਂਕਿ ਜੇ ਪੈਸੇ ਆਉਣਗੇ ਤੇ ਸੜਕਾਂ ਬਣਾਓਗੇ, ਫਿਰ ਇਹਨੂੰ ਮਰਜ ਕਰ ਦੇਣਗੇ B&R ਦੇ ਵਿੱਚ, ਜੇ ਸੜਕਾਂ ਦਾ ਹੀ ਕੰਮ ਰਹਿ ਗਿਆ। ਸੋ ਮੈਨੂੰ ਸਮਝਾਇਓ ਜ਼ਰਾ ਕਿ ਹੁਣ ਇਹ ਨਬਾਰਡ ਤੋਂ ਕਰਜ਼ਾ ਲੈ ਰਿਹਾ। ਵੈਸੇ ਤਾਂ ਸਾਰੀ ਸਰਕਾਰ ਹੀ ਨਬਾਰਡ ਤੋਂ ਕਰਜ਼ਾ ਲੈਂਦੀ ਹੈ, ਇਹ ਨਬਾਰਡ ਕੀ ਬਲਾ, ਇਹਨੂੰ ਵੀ ਖੁੱਲ ਕੇ ਸਮਝਾਓ ਜ਼ਰਾ।
ਰੰਧਾਵਾ ਸਾਹਿਬ, ਜਿਹੜੀ ਤੁਸੀਂ ਮੰਡੀ ਬੋਰਡ ਦੀ ਗੱਲ ਕੀਤੀ ਹੈਗੀ ਹੈ, ਦੇਖੋ ਦੋ ਬੋਰਡ ਸੀਗੇ ਜਿਨ੍ਹਾਂ ਦੀ ਚੇਅਰਮੈਨੀ ਲਈ ਸਭ ਤੋਂ ਜ਼ਿਆਦਾ ਮਸ਼ੱਕਤ ਹੁੰਦੀ ਸੀਗੀ। ਉਹ ਸੀਗੀ ਬਿਜਲੀ ਬੋਰਡ ਔਰ ਦੂਸਰਾ ਜਿਹੜਾ ਹੈਗਾ ਮੰਡੀ ਬੋਰਡ। ਇਹ ਕਿਉਂਕਿ ਇਹਨਾਂ ਕੋਲ ਹੀ ਪਾਵਰ ਸੀਗੀਆਂ, ਬਹੁਤ ਵੱਡੇ ਵੱਡੇ ਮਹਿਕਮੇ ਸੀਗੇ। ਤੁਸੀਂ ਦੇਖੋ 73,000 ਮੁਲਾਜ਼ਮ ਬਿਜਲੀ ਬੋਰਡ 'ਚ, ਤੇ ਇਹਨਾਂ ਕੋਲ ਵੀ ਕਾਫੀ ਮੁਲਾਜ਼ਮ ਹੈਗੇ ਆ ਜਿਹੜੇ ਮੰਡੀ ਬੋਰਡ ਕੋਲ। 550 ਕਰੋੜ ਰੁਪਏ ਦਾ ਅੱਜ ਇਕੱਲਾ ਮੰਡੀ ਬੋਰਡ ਦੇ ਜਿਹੜੇ ਮੁਲਾਜ਼ਮਾਂ ਦੀਆਂ ਤਨਖਾਹਾਂ, ਹੋਰ ਪੈਨਸ਼ਨਾਂ ਪੁੰਸ਼ਨਾਂ ਜੋ ਵੀ ਹੈਗਾ, ਉਹਨਾਂ ਸਾਰਿਆਂ ਦੇ ਉੱਤੇ ਜਾਂ ਜਿਹੜੇ ਦਫ਼ਤਰੀ ਖਰਚੇ ਨੇ ਉਹ ਮਿਲਾ ਕੇ 550 ਕਰੋੜ ਰੁਪਈਆ ਐਨੂਅਲ ਖਰਚਾ ਹੈ। ਤਾਂ ਤੁਸੀਂ ਦੇਖ ਲਓ ਵੀ ਕਿੱਡਾ ਵੱਡਾ ਬੋਰਡ ਹੈ, ਤੇ ਉਹਦੇ ਚੇਅਰਮੈਨ ਕੋਲੇ ਬਹੁਤ ਪਾਵਰ ਹੁੰਦੀ ਸੀ, ਬਹੁਤ ਹੀ ਪਾਵਰ। ਮਤਲਬ ਇੰਨੀ ਕਿਸੇ ਕੈਬਨਿਟ ਦੇ ਮਿਨਿਸਟਰ ਕੋਲੇ ਵੀ ਨਹੀਂ ਸੀ ਹੁੰਦੀ ਜਿੰਨੀ ਪਾਵਰ ਇਹਨਾਂ ਕੋਲੇ ਸੀ। ਤਾਂ ਬਿਲਕੁਲ ਤੁਸੀਂ ਠੀਕ ਕਿਹਾ ਕਿ ਬਹੁਤ ਸਾਰੇ ਜਿਹੜੇ ਮਿਨਿਸਟਰ ਸੀ ਉਹ ਮੰਡੀ ਬੋਰਡ ਦੇ ਚੇਅਰਮੈਨਾਂ ਦੀਆਂ ਮਿੰਨਤਾਂ ਤਰਲੇ ਕਰਦੇ ਰਹਿੰਦੇ ਸੀ ਕਿ ਵੀ ਸਾਡੀਆਂ ਸੜਕਾਂ ਵੀ ਚਾਰ ਬਣਵਾ ਦਿਓ ਜਾਂ ਇੱਥੇ ਪੁਲ ਬਣਵਾ ਦਿਓ, ਕੋਈ ਇਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਸੀ। ਤਾਂ ਉਹ ਮੰਡੀ ਬੋਰਡ ਅੱਜ ਇਸ ਹਾਲਤ 'ਚ ਪਹੁੰਚ ਗਿਆ ਕਿ ਡਿਫਾਲਟਡ ਹੋ ਗਿਆ। ਪਿਛਲੀ ਕਿਸ਼ਤ ਉਹ ਨਹੀਂ ਤਾਰ ਸਕਿਆ ਦਸੰਬਰ ਵਾਲੀ, ਉਹ ਜਿਹੜੀ ਹੈ 650 ਕਰੋੜ ਰੁਪਈਆ ਜਿਹੜਾ ਸੀਗਾ ਉਹ ਫਾਈਨਾਂਸ ਡਿਪਾਰਟਮੈਂਟ ਨੇ ਦਿੱਤਾ, ਕਿਉਂਕਿ ਉਹ ਗਰੰਟੀ ਦਿੱਤੀ ਹੋਈ ਆ ਉਹਨਾਂ ਨੇ। ਤੇ ਹੁਣ ਜਿਹੜੀ ਜੂਨ ਮਹੀਨੇ ਵਾਲੀ ਕਿਸ਼ਤ ਸੀਗੀ ਉਹ ਵੀ ਉਹ ਨਹੀਂ ਦੇ ਸਕੇ, ਕਿਉਂਕਿ ਪਿਛਲੇ ਜੋ ਆਪਾਂ ਨੂੰ ਪਤਾ ਹੀ ਹੈ ਵੀ RDF ਜਿਹੜਾ ਹੈਗਾ, ਸਾਨੂੰ 4 ਜਿਹੜੀਆਂ ਸਾਡੀਆਂ ਫਸਲਾਂ ਗਈਆਂ ਨੇ ਉਹਨਾਂ ਦਾ RDF ਸਾਨੂੰ 1 ਪੈਸਾ ਵੀ ਨਹੀਂ ਮਿਲਿਆ, ਔਰ ਮੰਡੀ ਫੀਸ ਜਿਹੜੀ ਸਾਨੂੰ 3% ਆਉਂਦੀ ਸੀ ਉਹ ਵੀ 2% ਕਰਤੀ, 1% ਉਹਦਾ ਵੀ ਨਹੀਂ ਮਿਲਿਆ। ਸੋ ਉਹ ਜਿਹੜਾ 4,000 ਕਰੋੜ ਰੁਪਏ ਸਾਡਾ ਫਸਿਆ ਹੋਇਆ, ਉਹਦੇ ਕਰਕੇ ਜਿੱਥੇ ਅਸੀਂ ਕਿਸ਼ਤਾਂ ਨਹੀਂ 650 ਕਰੋੜ ਰੁਪਏ ਦੀਆਂ ਦੇ ਸਕੇ, ਨਾਲ ਦੀ ਨਾਲ ਜਿਹੜਾ ਹੈਗਾ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੁਣ ਅਸਰ ਆਊਗਾ, ਕਿਉਂਕਿ ਉਹਦਾ ਮੰਡੀ ਫੀਸ ਵੀ 1% ਘਟ ਗਈ। ਨਹੀਂ, ਪਰ ਇੱਕ ਤੱਥ ਕਲੀਅਰ ਕਰਦੇ ਚੱਲਿਓ ਕਿ 2% ਤੋਂ 3% ਕਦੋਂ ਕੀਤਾ ਗਿਆ ਸੀ ਭਲਾ? ਮਤਲਬ ਪਹਿਲਾਂ ਸ਼ਾਇਦ ਇਹ 2% ਹੀ ਲਿਆ ਜਾਂਦਾ ਸੀ, 3% ਤਾਂ ਬਾਅਦ ਚ ਕੀਤਾ ਗਿਆ। ਜੇ ਪਹਿਲਾਂ 2% ਨਾਲ ਖਰਚੇ ਖੁਰਚੇ ਚੱਲਦੇ ਸੀ ਤਾਂ ਹੁਣ ਇਹਦਾ ਮਤਲਬ ਹੈ ਕਿ ਇਨਕਮ ਵਧਣ ਤੋਂ ਬਾਅਦ ਖਰਚੇ ਵਧਾ ਲਏ ਗਏ ਸੀ। ਜੀ, ਉੱਥੇ ਮੈਂ ਆ ਰਿਹਾ। ਤੁਹਾਨੂੰ ਯਾਦ ਹੋਊਗਾ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਵੱਡੀ ਸਕੀਮ ਲਾਂਚ ਕੀਤੀ ਸੀ, ਜਾਂ ਵੱਡਾ ਵਾਅਦਾ ਕੀਤਾ ਸੀ ਵੋਟਰਸ ਨਾਲ ਇਲੈਕਸ਼ਨ ਤੋਂ ਪਹਿਲਾਂ, ਕਿ ਕਰਜ਼ਾ ਮਾਫੀ ਦੀ ਇੱਕ ਸੀਗੀ ਵੀ ਕਿਸਾਨਾਂ ਦਾ ਕਰਜ਼ਾ ਜਿਹੜਾ ਹੈਗਾ ਉਹ ਮਾਫ ਕੀਤਾ ਜਾਊਗਾ। ਹੁਣ ਸਵਾਲ ਉਸ ਤੋਂ ਸਭ ਤੋਂ ਵੱਡਾ ਇਹ ਸੀਗਾ ਕਿ ਉਹ ਪੈਸਾ ਲੈ ਕੇ ਕਿੱਥੋਂ ਆਇਆ ਜਾਏਗਾ, ਵੀ ਪੈਸਾ ਤਾਂ ਸਟੇਟ ਕੋਲੇ ਇੰਨਾ ਹੈ ਨਹੀਂ ਔਰ ਕਰਜ਼ਾ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਹੈਗਾ। ਤਾਂ ਇੱਕ ਵਿੱਚ ਵਾਲਾ ਰਾਸਤਾ ਕੱਢਿਆ ਗਿਆ ਸੀ, ਉਹ ਇਹ ਸੀ ਕਿ ਇੱਕ ਤਾਂ ਕਰਜ਼ਾ ਸਿਰਫ ਉਹਨਾਂ ਦਾ ਮਾਫ ਕੀਤਾ ਜਾਊਗਾ ਜਿਨ੍ਹਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ, ਉਹਨਾਂ ਦਾ ਹੀ ਮਾਫ ਕੀਤਾ ਜਾਊਗਾ, ਜਾਂ 2 ਏਕੜ ਜ਼ਮੀਨ ਹੈ ਜਾਂ 2.5 ਏਕੜ ਜ਼ਮੀਨ ਹੈ ਉਹਨਾਂ ਤੱਕ ਦਾ ਹੀ। ਦੂਸਰਾ ਇੱਕ ਇਹ ਪੈਸੇ ਦਾ ਇੰਤਜ਼ਾਮ ਕਰਨ ਲਈ ਇੱਕ ਐਕਟ 'ਚ ਸੰਸ਼ੋਧਨ ਕੀਤਾ ਸੀ RDF ਤੇ ਮੰਡੀ ਐਕਟ ਦੇ ਵਿੱਚ। ਉਹਨਾਂ 'ਚ 1% ਜਿਹੜੀ ਫੀਸ ਸੀਗੀ 2% ਤੋਂ 3% ਕਰ ਲਈ, ਤੇ ਉਹਦੇ ਵਿੱਚ ਇਹ ਕਰਤਾ ਕਿ ਇਹ ਪੈਸਾ ਜਿਹੜਾ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ ਮਾਫੀ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈ। ਇਹ ਵਿਧਾਨ ਸਭਾ 'ਚ ਲਿਆ ਕੇ ਪਾਸ ਕੀਤਾ ਹੋਇਆ ਐਕਟ ਸੀਗਾ, ਤੇ ਉੱਥੇ ਹੀ ਪਾਸ ਕੀਤਾ। ਉਹ ਠੀਕ ਚੱਲ ਵੀ ਰਿਹਾ ਸੀ, 2-3 ਵਾਰ ਚੱਲਦਾ ਵੀ ਰਿਹਾ ਉਹ ਠੀਕ ਤਰ੍ਹਾਂ। ਗਵਰਨਮੈਂਟ ਆਫ ਇੰਡੀਆ ਨੂੰ ਕੋਈ ਇਤਰਾਜ਼ ਨਹੀਂ ਸੀ। ਇਤਰਾਜ਼ ਹੋਇਆ ਜਦੋਂ 3 ਖੇਤੀ ਕਾਨੂੰਨ ਆਏ। ਕਾਨੂੰਨ ਦਾ ਪੰਜਾਬ ਦੇ ਫਾਰਮਰਸ ਨੇ ਵਿਰੋਧ ਕੀਤਾ ਤੇ ਨਾਲ ਪੰਜਾਬ ਸਰਕਾਰ ਨੇ ਵੀ ਉਹਦਾ ਸਾਥ ਦਿੱਤਾ। ਉਦੋਂ ਦਿੱਕਤ ਸਭ ਤੋਂ ਜ਼ਿਆਦਾ ਪੈਦਾ ਹੋਈ, ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜੀ, ਫਿਰ ਉਹਨਾਂ ਨੇ ਸਾਡੀ ਇੱਕ ਤਰ੍ਹਾਂ ਦੀ ਆਰਮ ਟਵਿਸਟਿੰਗ ਕੀਤੀ। ਉਹਨਾਂ ਨੇ ਸਾਡਾ ਫਿਰ ਉੱਥੋਂ ਰੋਕਣਾ ਸ਼ੁਰੂ ਕੀਤਾ ਪੈਸਾ, ਤੇ ਕਿਹਾ ਹੈ ਕਿ ਤੁਸੀਂ ਇਹ ਐਕਟ 'ਚ ਸੰਸ਼ੋਧਨ ਕਰੋ ਕਿ ਅਸੀਂ ਇਹ ਪੈਸਾ ਉੱਥੇ ਯੂਜ਼ ਨਹੀਂ ਕਰਾਂਗੇ ਕਰਜ਼ ਮਾਫੀ ਵਾਸਤੇ, ਤਾਂ ਅਸੀਂ ਇਹ ਪੈਸਾ ਰਿਲੀਜ਼ ਕਰਾਂਗੇ। ਤਾਂ ਤੁਹਾਨੂੰ ਯਾਦ ਹੋਊਗਾ 3500 ਕਰੋੜ, ਉਦੋਂ ਵੀ 3500 ਕਰੋੜ ਹੋ ਗਿਆ ਸੀਗਾ ਜਦੋਂ ਮਨਪ੍ਰੀਤ ਬਾਦਲ ਤੇ ਭਾਰਤ ਭੂਸ਼ਣ ਆਸ਼ੂ ਹੋਣਾ ਨੇ ਪਿਊਸ਼ ਗੋਇਲ ਦੇ ਕਾਫੀ ਮਿੰਨਤਾਂ ਤਰਲੇ ਕੀਤੇ ਤੇ ਇਹ ਕਿਹਾ ਕਿ ਅਸੀਂ ਐਕਟ 'ਚ ਸੰਸ਼ੋਧਨ ਕਰ ਦਾਂਗੇ, ਤੁਸੀਂ ਪਿਛਲਾ ਜਿਹੜਾ ਪੈਸਾ ਦੇ ਦਿਓ, ਅਸੀਂ ਐਕਟ 'ਚ ਸੰਸ਼ੋਧਨ ਕਰ ਦਾਂਗੇ ਔਰ ਇਹ ਮਦ ਕੱਟ ਦਾਂਗੇ। ਪਰ ਕਿਉਂਕਿ 2022 ਇੰਨੇ 'ਚ ਆ ਗਿਆ ਸੀ ਤੇ ਸਰਕਾਰ ਇੰਨਾ ਮਤਲਬ ਕਿ ਹਿਆ ਨਹੀਂ ਕਰ ਸਕੀ ਕਿ ਇਸ ਐਕਟ ਨੂੰ ਸੰਸ਼ੋਧਿਤ ਕੀਤਾ ਜਾਏ, ਤਾਂ ਉਹਨਾਂ ਨੇ ਫਿਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਜੂਨ ਮਹੀਨੇ ਦੇ ਵਿੱਚ, ਪਿਛਲੇ ਜਿਹੜਾ ਜੂਨ ਨਿਕਲ ਗਿਆ, ਉਹਦੇ ਵਿੱਚ ਇਹ ਸੰਸ਼ੋਧਨ ਲਿਆ ਕੇ ਇਸ ਮਦ ਨੂੰ ਕੱਢਤਾ। ਪਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਸਾਡੀ ਜਿਹੜੀ ਆਰਮ ਟਵਿਸਟਿੰਗ ਸ਼ੁਰੂ ਕਰਤੀ, ਜਦੋਂ ਇਹ ਕਿਹਾ ਵੀ 2% ਵੀ ਨਹੀਂ, ਹੁਣ ਕੁੱਲ 2% ਦਿੱਤਾ ਜਾਊਗਾ, ਜਿਸ 'ਚ 2.5% ਆੜ੍ਹਤੀਆਂ ਦਾ ਵੀ ਉਹ ਕਰਟੇਲ ਕਰ ਰਹੇ ਹੈ। ਉਹਨਾਂ ਦਾ ਵੀ 45 ਰੁਪਏ ਤੱਕ ਜਾਂ 54 ਰੁਪਏ ਸ਼ਾਇਦ ਇੱਕ ਕੋਈ ਅਮਾਊਂਟ ਹੈ, ਉਹ ਪਿਛਲੇ ਹੁਣ ਕਾਫੀ ਟਾਈਮ ਤੋਂ ਉਹੀ ਅਮਾਊਂਟ ਹੈ। ਹੁਣ ਉਹ 2.5% ਨਹੀਂ ਹੈ,
ਉਹਨੂੰ ਅਮਾਊਂਟ ਫਿਕਸ ਕਰਤੀ ਹੈ ਕਿ ਜਿਵੇਂ 54 ਰੁਪਏ ਸਪੋਜ਼ ਕਰੋ ਕਿ 54 ਰੁਪਏ ਬਣਦਾ ਤਾਂ 54 ਰੁਪਏ ਫਿਕਸ ਕਰਤੇ ਹੈ। ਜੇ 2.5% ਲਾਵਾਂਗੇ ਤਾਂ ਹੋ ਸਕਦਾ 60-62 ਰੁਪਏ ਹੋ ਜਾਣ, ਲੇਕਿਨ ਹੁਣ ਉਹ 54 ਰੁਪਏ ਤੇ ਫਿਕਸ ਕਰਤਾ ਹੈ, ਇਸ ਤੋਂ ਉੱਪਰ ਨਹੀਂ ਦਿੱਤਾ ਜਾ ਰਿਹਾ। ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਇਹ ਚਿੱਠੀ ਆਈ ਹੈ ਪਿਊਸ਼ ਗੋਇਲ ਹੋਰਾਂ ਦੀ ਕਿ ਕੁੱਲ 2% ਦਿੱਤਾ ਜਾਊਗਾ, ਹੁਣ 8.5 ਤੋਂ 2 ਦੇ ਵਿੱਚ 2.5% ਫਿਰ ਆੜਤੀਆਂ ਦਾ ਵੀ ਨਿਕਲ ਜਾਏਗਾ, ਤੇ ਇਹ ਦਿੱਕਤ ਹੋਰ ਵਧੇਗੀ। ਤਾਂ 2% ਨਾਲ ਮੈਨੂੰ ਨਹੀਂ ਲੱਗਦਾ ਕਿ ਸਾਡੀ ਜਿਹੜੀ ਪੰਜਾਬ ਦੀ ਜਿਹੜਾ ਇੰਨਾ ਖਰਚਾ ਅਸੀਂ ਕਰ ਲਿਆ ਜਾਂ ਵਧਾ ਲਿਆ, ਅਸੀਂ ਰੂਰਲ ਰੋਡਸ ਦਾ ਇੰਨਾ ਇੰਫਰਾਸਟ੍ਰਕਚਰ ਬਣਾ ਲਿਆ, ਉਹ ਅਸੀਂ ਉਹਨੂੰ ਰਿਪੇਅਰ ਵੀ ਕਰ ਪਾਵਾਂਗੇ। ਕਿਉਂਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਰਿਪੇਅਰ ਲਈ ਸਾਨੂੰ 1700-1800 ਕਰੋੜ ਰੁਪਇਆ ਚਾਹੀਦਾ ਹਰ ਸਾਲ, ਕਿ ਅਸੀਂ ਪੰਜਾਬ ਦੀਆਂ ਸਾਰੀਆਂ ਸੜਕਾਂ 5 ਸਾਲ ਬਾਅਦ ਜਿਹੜੀਆਂ ਸਿਰਫ ਰਿਪੇਅਰ ਮੰਗਦੀਆਂ ਨੇ, 3 ਸਾਲ ਬਾਅਦ ਰਿਪੇਅਰ ਮੰਗਦੀਆਂ ਨੇ, ਅਗਰ ਸਾਨੂੰ ਇਕੱਲਾ ਉਹੀ ਕਰਨਾ ਹੈ ਤਾਂ ਸਾਨੂੰ 1800 ਕਰੋੜ ਰੁਪਏ ਦੀ ਲੋੜ ਹੈ, ਤੇ ਇਹ 2% ਨਾਲ ਫਿਰ ਪੂਰਾ ਨਹੀਂ। ਕਾਫੀ ਮੁਸ਼ਕਲ ਸਥਿਤੀ ਦਾ ਸਾਹਮਣਾ ਪੰਜਾਬ ਮੰਡੀਕਰਨ ਬੋਰਡ ਨੂੰ, ਪਰ ਪਿਛਾਂ ਕੋਈ ਝਾਤੀ ਮਾਰ ਕੇ ਦੇਖੇ ਵੀ ਤੇ ਕੀਤੇ ਜਾਣ ਲਈ ਵੀ ਕੀ ਹੈ। ਹੁਣ ਤਾਂ ਉੱਥੇ ਪੈਰ ਫਸਾ ਲਿਆ ਜਿੱਥੋਂ ਪੈਰ ਕੱਢਣਾ ਔਖਾ। ਭਾਸਕਰ ਸਾਹਿਬ, ਹੁਣ ਟਿੱਪਣੀ ਵਾਲੇ ਪਾਸੇ ਜੇ ਨਾ ਜਾਈਏ, ਕਿਉਂਕਿ ਉੱਤੇ ਪਿਊਸ਼ ਗੋਇਲ ਰੱਬ ਬਣਿਆ ਫਿਰਦਾ, ਥੱਲੇ ਸਾਡੇ ਗਲਤੀਆਂ ਕਰੇ ਜਾਂਦੇ ਆ, ਇਹਦੇ ਵਿੱਚੋਂ ਕੱਢਣ ਪਾਉਣ ਲਈ ਤੇ ਹੋਰ ਕੱਖ ਨਹੀਂ। ਫਿਰ ਮਿਲਦੇ ਆ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।